एक ओंकार सतगुरु तिह प्रसाद सच हो। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। सन दिज निज सुत लग्यो पठावन भला महल तिख मन भावन। पूजा कर गणेश की पाछे शब्द शब कर गमन्यो आछे। वाहिगुरु जी का खालसा वाहिगुरु जी की फतेह। जुग हो जुग अटल साहिब गरीब नवाज धन धन श्री गुरु ग्रंथ साहिब जी महाराज सतगुਰਾਂ ਦੇ पावन पवित्र चरणा कमलों पास हाजरियां कर रहे गुरु स्वरूप गुरु खालसा साध संगत जी, आप जी सर्वत गुर सिख संगतां वडभागी हो। संध्या के पावन पवित्र दीवाना अंदर जुड़कर शहीदां दे सरताज पंचम गुरदेव गुरु अर्जन देव जी महाराज सच्चे पातशाह जी दे पावन पवित्र जीवन के लड़ीवार इतिहास को सरवण करने वास्ते गुरु प्रेम अंदर आप जी फिर बैठे हो। कल के प्रकरणों में सरवण किया सी बाबा बुढ़ा साहिब जी ने छेवें पातशाह गुरु हरगोबिंद साहिब जी को जिथे गुरमुखी विद्या पढ़ाई है, महाराज बहुत छेती गुरबाणी का पाठ करन लग गए। उपरंत बाबा बुढ़ा साहिब जी ने महाराज को घोड़सवारी नेजाबाजी तीरंदाजी हर प्रकार की जिहड़ी विद्या होती है इस विद्या का वरदान गुरु हरगोबिंद साहिब महाराज ने दिता। एक दिन गुरु अर्जन देव महाराज जी का दरबार सजया ते सतगुरु जी के दरबार में भाई सालो आ गए। सतगुरां ने उन्होंने आनंद भगत आख्या। एक पंडित कांसी तो आया सी ते उहदी बड़ी इच्छा सी महाराज नूं मैं कथा सुणावां ते कथा सुन के महाराज मैनूं मुक्ति की दक्षिणा देना। वो पंडित कथा करता सी ते सतगुरां ने जदों भाई सालो नूं आख्या आनंद भगत ते पंडित सोची पै गया भी मैनूं क्यों नहीं कहा, मैं रोज कथा सुणाउंदा। मैनू गुरु साहब ने कदे आनंद भगत नहीं आख्या पर इस सिख नूं क्यों कहा है। सोच लिया भी मैं मन के अंदर इस गल का परतावा जरूर करांगा। इहदे पास जिन्ने भी ग्रंथ सन उन्हां ग्रंथां की कथा महाराज नूं सुणाई ते सतगुरु कहते हैं भी अगे होर भी ग्रंथ ने उन्हां दी कथा भी सुना। कहता महाराज इत्थे नहीं घर दे विच पए ते सतगुरां ने आग्या दी भी घरों ग्रंथ मंगा लै जिहड़ियां उपनिषदां पईयां ने उन्हां सारियां उपनिषदां दी सानूं कथा सरवण करा। आओ अगले प्रकरण सरवण करिए। सुरतियां बिरतियां एकाग्र करन वास्ते सर्वत संगतां प्रेम नाल जपना करो जी। सतनाम श्री वाहेगुरु साहिब जी। सतनाम श्री वाहेगुरु साहिब जीओ। सन दिज निज सुत लग्यो पठावन गुरु अर्जन
ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਆਗਿਆ ਦਿੱਤੀ ਵੀ ਆਪਣਾ ਜਿਤਨਾ ਵੀ ਪੁਸਤਕਾਂ ਦਾ ਖਜ਼ਾਨਾ ਹੈ ਇੱਥੇ ਮੰਗਵਾ ਕੇ ਉਹਨਾਂ ਦੀ ਕਥਾ ਕਰਾ। ਸਤਿਗੁਰਾਂ ਦੀ ਆਗਿਆ ਸੁਣ ਕੇ ਆਪਣਾ ਪੁੱਤਰ ਕਾਂਸੀ ਭੇਜਣ ਲੱਗਾ ਹੈ। ਭਲੋ ਮਹਿਰਤ ਬਿਖ ਮਨ ਭਾਵਨ, ਇਸ ਨੇ ਮਨ ਭਾਉਂਦਾ ਜਿਹੜਾ ਮਹੂਰਤ ਸੀ, ਸਮਾਂ ਸੀ, ਜਿਹੜਾ ਸਮਾਂ ਇਹਨੂੰ ਚੰਗਾ ਲੱਗਿਆ ਉਹ ਸਮਾਂ ਨਹੀਂ ਕੱਢਿਆ ਹੈ। ਪੂਜਾ ਕਰ ਗਣੇਸ਼ ਕੀ ਪਾਛੇ, ਗਣੇਸ਼ ਜੀ ਦੀ ਪੂਜਾ ਕੀਤੀ ਚੱਲਣ ਵੇਲੇ। ਸਭ ਵਿਦ ਸ਼ੁਭ ਕਰ ਗਮਨਿ ਆਸ਼ੇ, ਹਰ ਪ੍ਰਕਾਰ ਦੇ ਸ਼ੁਭ ਕਰਮ ਕਰਕੇ ਦੇਵੀ ਦੇਵਤੇ ਮਨਾ ਕੇ ਇਹਦਾ ਪੁੱਤਰ ਜਿਹੜਾ ਸੀ ਉਹ ਕਾਂਸੀ ਨੂੰ ਚੱਲ ਪਿਆ। ਲੈ ਕਰ ਗੁਰ ਦੇ ਖਰਚ ਸੋ ਪੰਥਾ, ਇਹ ਰਸਤੇ ਦਾ ਜਿਹੜਾ ਖਰਚਾ ਸੀ ਉਹ ਵੀ ਸਤਿਗੁਰਾਂ ਦੇ ਪਾਸੋਂ ਲੈ ਲਿਆ ਹੈ। ਚਲਿਓ ਵਿਪਰ ਸੁਨ ਲੇਬੇ ਗ੍ਰੰਥ, ਮਾਇਆ ਤੱਕ ਲੈ ਕੇ ਪੰਡਤ ਦਾ ਪੁੱਤਰ ਗ੍ਰੰਥ ਲੈਣ ਦੇ ਲਈ ਕਾਂਸੀ ਨੂੰ ਤੁਰ ਪਿਆ। ਹਰ ਸਨਮੁਖ ਹੋਏ ਦਾਏ ਬਾਏ, ਜਦੋਂ ਜਾ ਰਿਹਾ ਸੀ ਤੇ ਸਾਹਮਣੇ ਕਹਿੰਦੇ ਗਧਾ ਆ ਕੇ ਇਹਦੇ ਹਿੜਕਣ ਲੱਗ ਪਿਆ। ਉਹ ਕਦੇ ਸੱਜੇ ਹੋ ਜੇ ਤੇ ਕਦੇ ਖੱਬੇ ਹੋ ਜਾਇਆ ਕਰੇ। ਸ਼ਬਦ ਕਰਿਓ ਅਪਸ਼ਗਨ ਦਿਖਾਏ, ਹੁਣ ਜਦੋਂ ਸੱਜੇ ਖੱਬੇ ਉਹ ਗਧਾ ਬੋਲ ਪਿਆ ਇਹਦੇ ਪੁੱਤਰ ਨੇ ਸੋਚਿਆ ਵੀ ਆਪ ਸ਼ਗਨ ਹੋ ਗਿਆ ਹੈ। ਹਟੇ ਆਇਓ ਤਬ ਸ੍ਰੀ ਗੁਰੂ ਸੁਨਿਓ, ਜੋ ਵਾਪਸ ਆ ਗਿਆ ਗ੍ਰੰਥ ਲੈਣ ਨਹੀਂ ਗਿਆ। ਤੇ ਜਦੋਂ ਪੰਡਤ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਮਹਾਰਾਜ ਕਹਿੰਦੇ ਪੰਡਤ ਜੀ ਗ੍ਰੰਥ ਨਹੀਂ ਲੈ ਕੇ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਵੀ ਆਪ ਸ਼ਗਨ ਹੋ ਗਿਆ ਸੀ, ਤਾਂ ਮੈਂ ਆਪਣੇ ਪੁੱਤਰ ਨੂੰ ਮਹਾਰਾਜ ਗ੍ਰੰਥ ਲੈਣ ਵਾਸਤੇ ਨਹੀਂ ਭੇਜਿਆ। ਤੇ ਪਰ ਬੁਲਾਏ ਬਾਕ ਪਰ ਭਨਿਓ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਬ੍ਰਾਹਮਣ ਨੂੰ ਬੁਲਾ ਕੇ ਵਚਨ ਆਖੇ ਹਨ। ਭਗਤ ਅਨਨ ਕਹਾਵਤ ਪੰਡਤ, ਸਤਿਗੁਰੂ ਕਹਿੰਦੇ ਪੰਡਤ ਜੀ ਆਪਣੇ ਆਪ ਨੂੰ ਅਨਨ ਭਗਤ ਕਹਾਉਂਦੇ ਹੋ, ਕਿਉਂਕਿ ਉਹਦਾ ਸ਼ੰਕਾ ਤਾਂ ਇਹੀ ਸੀ ਨਾ ਜਦੋਂ ਭਾਈ ਸਾਧੂ ਨੂੰ ਮਹਾਰਾਜ ਨੇ ਅਨਨ ਭਗਤ ਆਖਿਆ ਤੇ ਪੰਡਤ ਕਹਿੰਦਾ ਵੀ ਮੈਨੂੰ ਕਿਉਂ ਨਹੀਂ ਆਖਿਆ ਵੀ ਮੈਂ ਰੋਜ਼ ਕਥਾ ਸੁਣਾਉਂਦਾ ਆ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪੰਡਤ ਜੀ ਤੁਸੀਂ ਆਪਣੇ ਆਪ ਨੂੰ ਅਨਨ ਭਗਤ ਖਵਾਉਂਦੇ ਹੋ। ਆਤੇ ਯਾਤਰਾ ਕੀਨ ਸਖੰਡਤਾ, ਇੱਕ ਗਧੇ ਕਰਕੇ ਤੁਸੀਂ ਆਪਣੀ ਯਾਤਰਾ ਦਾ ਖੰਡਤ ਕਰ ਦਿੱਤੀ ਹੈ। ਇੱਕ ਗਧੇ ਨੇ ਤੁਹਾਡੀ ਯਾਤਰਾ ਖੰਡਤ ਕਰ ਦਿੱਤੀ ਹੈ, ਫਿਰ ਤੁਸੀਂ ਅਨਨ ਭਗਤ ਕਿਵੇਂ ਹੋ ਸਕਦੇ ਹੋ? ਗਣਪਤ ਆਦ ਪਚੰਗ ਮਨਾਏ, ਤੁਸੀਂ ਪਹਿਲਾਂ ਗਣੇਸ਼ ਮਨਾਇਆ, ਫਿਰ ਉਸ ਤੋਂ ਬਾਅਦ ਤੁਸੀਂ ਫਿਰ ਆਪਣੀ ਥਿਤਵਾਰ ਸੋਧ ਕੇ ਭਲਾ ਚੰਗਾ ਮਹੂਰਤ ਕੱਢਿਆ, ਹੋਰ ਦੇਵਤੇ ਮਨਾਏ ਹਨ। ਤਿਨ ਪਰ ਨਿਹਚਾ ਨਹੀਂ ਟਿਕਾਏ, ਤੁਸੀਂ ਉਹਨਾਂ ਦੇ ਉੱਪਰ ਆਪਣਾ ਨਿਸ਼ਚਾ ਨਹੀਂ ਟਿਕਾਇਆ। ਦੇਵਤੇ ਮਨਾ ਲਏ, ਗਣੇਸ਼ ਨੂੰ ਵੀ ਮਨਾ ਲਿਆ ਹੈ, ਪਰ ਤੁਹਾਡਾ ਨਿਸ਼ਚਾ ਨਹੀਂ ਉਹਨਾਂ ਦੇ ਉੱਤੇ। ਤੁਹਾਡਾ ਨਿਸ਼ਚਾ ਪਤਾ ਕਾਹਦੇ ਤੇ ਹੈ? ਗਧੇ ਉੱਤੇ, ਵੀ ਗਧਾ ਹਿਣਕ ਪਿਆ। ਇਹ ਸਾਡੇ ਸਮਾਜ ਦੀ ਅੱਜ ਦੀ ਵੀ ਦਸ਼ਾ ਹੈ। ਕੋਈ ਨਿਛ ਮਾਰਦਾ ਹੈ ਨਾ, ਆਖੇ ਜੀ ਲਓ ਜੀ ਆਪ ਸ਼ਗਨ ਹੋ ਗਿਆ। ਇੱਕ ਪਾਸੇ ਅਸੀਂ ਰੱਬ ਨੂੰ ਤੇ ਹੁੰਦੇ ਆ ਤੇ ਦੂਜੇ ਪਾਸੇ ਨਿਛ ਸਾਡਾ ਕੰਮ ਵਿਗਾੜ ਦਿੰਦੀ। ਕਮਾਲ ਦੀ ਗੱਲ ਹੈ ਵੀ ਨਿਛ ਵੀ ਰੱਬ ਹੋ ਗਈ, ਵੀ ਕਿਸੇ ਨਿਛ ਮਾਰਦੀ ਤੇ ਮੇਰਾ ਕੰਮ ਵਿਗੜ ਗਿਆ। ਇਹਦਾ ਮਤਲਬ ਵੀ ਰੱਬ ਨਾਲੋਂ ਨਿਛ ਵੱਡੀ ਹੋ ਗਈ। ਸਾਡੇ ਮਨ ਦੇ ਅੰਦਰ ਇਹ ਭਰਮ ਬੈਠਾ ਹੋਇਆ। ਇਹ ਸਾਰੇ ਭਰਮ ਨੇ ਜੋ ਅਸੀਂ ਪਾਲੇ। ਆਖੇ ਜੀ ਮੇਰੀ ਆ ਪਤਾ ਨਹੀਂ ਕਿਹੜੀ ਸੱਜੀ ਖੱਬੀ ਅੱਖ ਫਰਕਦੀ ਹੁੰਦੀ, ਇਹਦਾ ਵੀ ਰੌਲਾ ਜਿਹਾ ਕੋਈ ਹੁੰਦਾ ਹੈ। ਤੇ ਲੋਕ ਕਹਿੰਦੇ ਜੀ ਮੇਰੀ ਸੱਜੀ ਫਰਕ ਰਹੀ, ਖੱਬੀ ਅੱਖ ਫਰਕ ਰਹੀ ਹੈ। ਗੁਰੂ ਵੱਡਾ ਕਿ ਤੁਹਾਡੀ ਅੱਖ ਫਰਕਣੀ ਵੱਡੀ ਹੈ। ਜਾ ਕੇ ਤੁਸੀਂ ਸਰਚ ਕਰੋ ਗੂਗਲ ਉੱਪਰ ਵੀ ਅੱਖ ਕਿਉਂ ਫਰਕਦੀ ਹੈ। ਜਿਹੜਾ ਸਾਡੀ ਬਾਡੀ ਦਾ 에ਅਰ ਪ੍ਰੈਸ਼ਰ ਹੁੰਦਾ ਹੈ ਉਹਦੇ ਕਰਕੇ ਸਾਡੀਆਂ ਅੱਖਾਂ ਦੀਆਂ ਪਲਕਾਂ ਫਰਕਦੀਆਂ ਨੇ। ਅਸੀਂ ਇਹਦੇ ਪਿਛਲਾ ਕਾਰਨ ਕਦੇ ਜਾਣਨ ਦਾ ਯਤਨ ਨਹੀਂ ਕੀਤਾ, ਜਿਹਨੇ ਜੋ ਆਖਿਆ ਸੀ ਉਹ ਮੰਨ ਲਿਆ ਹੈ। ਅੱਖਾਂ ਦਾ ਜਿਹੜਾ ਪ੍ਰੈਸ਼ਰ ਹੁੰਦਾ ਹੈ ਹਵਾ ਦਾ, ਉਸ ਪ੍ਰੈਸ਼ਰ ਕਰਕੇ ਸਾਡੀਆਂ ਅੱਖਾਂ ਜਿਹੜੀਆਂ ਉਹਦੀਆਂ ਪਲਕਾਂ ਜਿਹੜੀਆਂ ਫਰਕਦੀਆਂ ਨੇ। ਆਪ ਜੀ ਨੂੰ ਗਿਆਤ ਹੋਵੇ ਕਿ ਸਾਡੇ ਸਰੀਰ ਦੇ ਵਿੱਚ 10 ਤਰ੍ਹਾਂ ਦੀ ਪੌਣ ਹੁੰਦੀ, ਹਵਾ ਹੁੰਦੀ ਹੈ। ਉਹ 10 ਤਰ੍ਹਾਂ ਦੀ ਹਵਾ ਸਾਡੇ ਸਰੀਰ ਦੇ ਵੱਖਰੇ ਵੱਖਰੇ ਅੰਗਾਂ ਦੇ ਵਿੱਚ ਜਾ ਕੇ ਵੱਖਰੀ ਵੱਖਰੀ ਕਿਰਿਆ ਕਰਦੀ ਹੈ। ਅੱਖਾਂ ਦੀਆਂ ਸਾਡੀਆਂ ਪਲਕਾਂ ਵੀ ਜਿਹੜੀਆਂ ਨੇ ਇਹ ਹਵਾ ਦੇ ਕਰਕੇ ਹੀ ਫਰਕਦੀਆਂ ਨੇ। ਜਿਤਨੇ ਵੀ ਵਿਦਾਂਤ ਦੇ ਪ੍ਰਾਤਨ ਗ੍ਰੰਥ ਨੇ ਉਹਨਾਂ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ। ਸੋ ਇਸ ਵਾਸਤੇ ਇਹ ਕੇਵਲ ਭਰਮ ਹੈ ਜੋ ਮਨੁੱਖ ਨੇ ਆਪਣੇ ਜੀਵਨ ਵਿੱਚ ਤੇ ਮਨ ਦੇ ਵਿੱਚ ਪਾਲਿਆ ਹੋਇਆ ਹੈ। ਤੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਗਣੇਸ਼ ਜੀ ਨੂੰ ਮਨਾਇਆ, ਤੂੰ ਦੇਵਤਿਆਂ ਦੀ ਪੂਜਾ ਕੀਤੀ ਹੈ।
ਆਪਣੇ ਪਾਸ ਬੁਲਾਇਆ ਤੇ ਹੁਕਮ ਕੀਤਾ ਹੈ। ਇਸ ਸੰਗਲਾ ਦੀਪ ਜੇ ਸੁਨਿਓ। ਸਤਿਗੁਰੂ ਜੀ ਕਹਿਣ ਲੱਗੇ ਭਾਈ ਪੈੜਾ ਜੀ ਜਿਹੜਾ ਸੰਗਲਾ ਦੀਪ ਦੇਸ਼ ਹੈ, ਸੰਗਲਾ ਦੀਪ ਦੇਸ਼ ਉਹ ਹੈ ਜਿੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਉਦਾਸੀ ਕੀਤੀ ਸੀ। ਰਾਜਾ ਸ਼ਿਵਨਾਮ ਸੰਗਲਾ ਦੀਪ ਵਿੱਚ ਰਹਿੰਦਾ ਸੀ ਤੇ ਭਾਈ ਮਨਸੁਖ ਸੌਦਾਗਰ ਸਨ, ਵਪਾਰ ਕਰਦੇ ਸਨ ਤੇ ਉਹ ਵਪਾਰ ਕਰਨ ਵਾਸਤੇ ਸੰਗਲਾ ਦੀਪ ਗਏ ਸਨ, ਜਿੱਥੋਂ ਰਾਜੇ ਸ਼ਿਵਨਾਮ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਲਾਲਸਾ ਪੈਦਾ ਹੋਈ ਸੀ, ਭਾਈ ਮਨਸੁਖ ਦੀ ਸੰਗਤ ਕਰਨੇ ਕਰਕੇ। ਤੋ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਹੜਾ ਸੰਗਲਾ ਦੀਪ ਦੇਸ਼ ਸੁਣਿਆ ਹੈ, ਪ੍ਰਾਣ ਸੰਗਲੀ ਪੋਥੀ ਕਹਾ। ਉਸ ਦੇਸ਼ ਦੇ ਵਿੱਚ ਇੱਕ ਪ੍ਰਾਣ ਸੰਗਲੀ ਨਾਮ ਦੀ ਪੋਥੀ ਹੈ। ਲੈ ਆਵੋ ਗਮਨੋ ਮਗ ਮਹਾ। ਤੁਸੀਂ ਉੱਥੇ ਸੰਗਲਾ ਦੀਪ ਵਿੱਚ ਜਾ ਕੇ ਤੇ ਪ੍ਰਾਣ ਸੰਗਲੀ ਪੋਥੀ ਇੱਥੇ ਲੈ ਕੇ ਆਣਾ ਕਰੋ। ਸ੍ਰੀ ਨਾਨਕ ਸਤਿਗੁਰ ਤਹ ਗਏ। ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਲਾ ਦੀਪ ਗਏ ਹਨ। ਗੁਰਮਤਿ ਮਹਾ ਦ੍ਰਿੜਾਵਤ ਭਏ। ਤੇ ਸਤਿਗੁਰੂ ਜੀ ਨੇ ਜਾ ਕੇ ਉੱਥੇ ਰਾਜੇ ਸ਼ਿਵਨਾਮ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਾਇਆ ਹੈ। ਨਰਪਤ ਸਹਿਤ ਨਰ ਦੇਸ਼ ਦੀ ਸਿੱਖੀ ਹੈ। ਰਾਜੇ ਸ਼ਿਵਨਾਮ ਦੇ ਸਹਿਤ ਉਸ ਦੇਸ਼ ਵਿੱਚ ਰਹਿਣ ਵਾਲੇ ਜਿਤਨੇ ਵੀ ਲੋਕ ਸਨ, ਸਿੱਖੀ ਧਾਰਨ ਕੀਨ ਸਨੀਕੇ। ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਲੈ ਕੇ ਸਿੱਖੀ ਨੂੰ ਧਾਰਨ ਕੀਤਾ ਹੈ। ਸ੍ਰੀ ਨਾਨਕ ਕੀ ਕਿਰਪਾ ਬਿਸਾਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਿਰਪਾਲਤਾ ਸਦਕਾ ਸਤਨਾਮ ਦੇ ਕਰੇ ਨਿਹਾਲਾ। ਸਤਨਾਮ ਦਾ ਉਪਦੇਸ਼ ਦੇ ਕੇ ਮਹਾਰਾਜ ਨੇ ਸੰਗਲਾ ਦੀਪ ਦੇ ਜੀਵਨ ਦਾ ਉਧਾਰ ਕੀਤਾ, ਉਹਨਾਂ ਨੂੰ ਨਿਹਾਲ ਕਰ ਦਿੱਤਾ ਹੈ। ਜਿਮ ਤਹ ਗਏ ਕਰੀ ਜਿਮ ਲੀਲਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸੰਗਲਾ ਦੀਪ ਗਏ, ਉਹਨਾਂ ਨੇ ਉੱਥੇ ਜਾ ਕੇ ਲੀਲਾ ਕੀਤੀ ਹੈ। ਜਿਮ ਉਪਦੇਸ਼ ਨਿਰਪਤ ਸੋਸ਼ੀਲਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਰਾਜੇ ਨੂੰ ਸ੍ਰੇਸ਼ਟ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਹਾ ਪ੍ਰਸੰਗ ਸਗਲ ਇਹ ਜਾਣੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਸਾਰਾ ਪ੍ਰਸੰਗ ਤੁਸੀਂ ਜਾਣ ਲਓ, ਯਾਨੀ ਕਿ ਇਹ ਪ੍ਰਸੰਗ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਆ ਚੁੱਕਾ ਹੈ, ਪਿੱਛੇ ਕਥਾ ਹੋ ਚੁੱਕੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਕਥਾ ਚੱਲੀ ਸੀ, ਇਹਦਾ ਮੁੱਢ ਮੈਂ ਆਪ ਜੀ ਨੂੰ ਦੱਸ ਦੇਣਾ। ਭਾਈ ਮਨਸੁਖ ਸੌਦਾਗਰ ਸਨ, ਵਪਾਰੀ ਸਨ, ਵਪਾਰ ਕਰਨ ਵਾਸਤੇ ਉਹ ਸੰਗਲਾ ਦੀਪ ਗਏ ਸਨ। ਏਕਾਦਸ਼ੀ ਦਾ ਜਿਹੜਾ ਵਰਤ ਹੁੰਦਾ ਹੈ, ਰਾਜੇ ਨੇ ਉਹ ਵਰਤ ਰੱਖਿਆ ਸੀ, ਪਰ ਭਾਈ ਮਨਸੁਖ ਨੇ ਵਰਤ ਨਹੀਂ ਰੱਖਿਆ। ਇਸ ਗੱਲ ਕਰਕੇ ਰਾਜਾ ਗੁੱਸੇ ਹੋ ਗਿਆ ਤੇ ਉਹਨੇ ਭਾਈ ਮਨਸੁਖ ਨੂੰ ਕੈਦ ਕੀਤਾ। ਆਖਿਆ ਵੀ ਜਦੋਂ ਮੇਰਾ ਹੁਕਮ ਹੈ ਵੀ ਕਿਸੇ ਨੇ ਚੁੱਲ੍ਹਾ ਨਹੀਂ ਬਾਲਣਾ, ਸਭ ਨੇ ਵਰਤ ਰੱਖਿਆ ਤੇ ਤੂੰ ਵਰਤ ਕਿਉਂ ਨਹੀਂ ਰੱਖਿਆ? ਉਹਨੇ ਆਖਿਆ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ। ਸਿੱਖ ਤਾਂ ਸਦਾ ਹੀ ਵਰਤ ਰੱਖਦਾ ਹੈ, ਪਰ ਵਿਕਾਰਾਂ ਵੱਲੋਂ ਵਰਤ ਰੱਖਦਾ ਹੈ। ਰਾਜੇ ਨੂੰ ਇਹ ਗੱਲ ਚੋਟ ਕਰਕੇ ਹੀ ਕਹਿੰਦਾ ਮੈਂ ਦਰਸ਼ਨ ਕਰਨਾ ਚਾਹੁੰਦਾ ਫਿਰ ਉਹਨਾਂ ਦੇ। ਇਸ ਤਰ੍ਹਾਂ ਕਰ, ਤੇਰੇ ਕੋਲ ਜਿੰਨੀ ਵੀ ਸਮੱਗਰੀ ਹੈ ਸਾਰੀ ਸਮੱਗਰੀ ਮੈਂ ਖਰੀਦ ਲੈਣਾ, ਤੂੰ ਮੇਰੇ ਨਾਲ ਚੱਲ, ਮੈਨੂੰ ਦਰਸ਼ਨ ਕਰਾ ਦੇ। ਤੇ ਉਸ ਵਕਤ ਭਾਈ ਮਨਸੁਖ ਜੀ ਕਹਿਣ ਲੱਗੇ ਨਹੀਂ, ਤੂੰ ਇੱਥੇ ਬਹਿ ਕੇ ਯਾਦ ਕਰ, ਇੱਥੇ ਹੀ ਆ ਜਾਣਗੇ। ਫਿਰ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਭਾਈ ਲਾਲੋਪੁਰ 25 ਦਿਨ ਰਹੇ। ਉਸ ਤੋਂ ਬਾਅਦ ਸਤਿਗੁਰੂ ਫਿਰ ਸੰਗਲਾ ਦੀਪ ਦੇਸ਼ ਵਿੱਚ ਗਏ ਤੇ ਰਾਜੇ ਸ਼ਿਵਨਾਮ ਨੂੰ ਉਪਦੇਸ਼ ਦਿੱਤਾ। ਪਹਿਲਾਂ ਮਹਾਰਾਜ ਨੇ ਭਗਤੀ ਯੋਗ ਦਾ ਉਪਦੇਸ਼ ਦਿੱਤਾ। ਰਾਜੇ ਨੇ ਆਖਿਆ ਜੀ ਹੱਠ ਯੋਗ ਦਾ ਉਪਦੇਸ਼ ਵੀ ਦਿਓ। ਫਿਰ ਗੁਰੂ ਸਾਹਿਬ ਜੀ ਨੇ ਹੱਠ ਯੋਗ ਦਾ ਉਪਦੇਸ਼ ਵੀ ਦਿੱਤਾ। ਫਿਰ ਪ੍ਰਾਣ ਸੰਗਲੀ ਨਾਮ ਦੀ ਪੋਥੀ ਲਿਖੀ ਗਈ, ਜਿਹੜੀ ਪੋਥੀ ਰਾਜੇ ਸ਼ਿਵਨਾਮ ਦੇ ਪਰਿਵਾਰ ਦੇ ਪਾਸ ਸੀਗੀ। ਸੋ ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਸਾਰਾ ਪ੍ਰਸੰਗ ਤੁਸੀਂ ਉੱਥੋਂ ਦਾ ਜਾਣਨਾ ਕਰੋ। ਪ੍ਰਾਣ ਸੰਗਲੀ ਰਚਨ ਮਹਾਨੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਾਣ ਸੰਗਲੀ ਨਾਮ ਦੀ ਜਿਹੜੀ ਰਚਨਾ ਕੀਤੀ ਹੈ, ਅਮਰੋ ਸਿੱਖ ਆਵੇ ਤਿਸ ਦੀਜੈ। ਨਾਲੇ ਬਚਨ
ਵੀ ਕੀਤਾ ਸੀ ਆਉਣ ਵਾਲੇ ਸਮੇਂ ਵਿੱਚ ਸਾਡਾ ਇੱਕ ਸਿੱਖ ਇੱਥੇ ਆਵੇਗਾ, ਉਹਨੂੰ ਇਹ ਪੋਥੀ ਦੇ ਦੇਣੀ ਹੈ। ਤਬ ਲਗ ਇਹਾਂ ਰੱਖ ਬੋ ਕੀਜੈ, ਤੇ ਉਤਨੀ ਦੇਰ ਤੱਕ ਇਹ ਜਿਹੜੀ ਪੋਥੀ ਤੁਸੀਂ ਆਪਣੇ ਪਾਸ ਇੱਥੇ ਰੱਖਣੀ ਹੈ। ਸਿਮਰ ਬਾਤ ਇਹ ਅਰਜਨ ਨਾਥਾ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਵਿੱਚ ਕਹੀ ਹੋਈ ਗੱਲ ਨੂੰ ਚੇਤੇ ਕੀਤਾ ਹੈ। ਪੈੜੇ ਕੋ ਕਹਿ ਦਈ ਸੋ ਗਾਥਾ, ਸਤਿਗੁਰਾਂ ਨੇ ਭਾਈ ਪੈੜਾ ਮੋਖਾਂ ਨੂੰ ਸਾਰੀ ਗੱਲ ਸੁਣਾ ਦਿੱਤੀ ਹੈ। ਲਿਖਿਓ ਹੁਕਮਨਾਮਾ ਜਿਮ ਭਾਇਓ, ਤੇ ਸਤਿਗੁਰ ਜੀ ਦੇ ਨਾਲ ਫਿਰ ਇੱਕ ਹੁਕਮਨਾਮਾ ਵੀ ਲਿਖ ਦਿੱਤਾ ਹੈ। ਗੁਰ ਪ੍ਰਸੰਨ ਹਵੈ ਕਰਪ ਕਰਾਇਓ, ਪ੍ਰਸੰਨ ਹੋ ਕੇ ਸਤਿਗੁਰ ਜੀ ਨੇ ਹੁਕਮਨਾਮਾ ਭਾਈ ਪੈੜੇ ਮੋਖੇ ਨੂੰ ਫੜਾ ਦਿੱਤਾ ਹੈ। ਸ੍ਰੀ ਨਾਨਕ ਪੋਥੀ ਤਿਸ ਥਾਈ, ਹੁਕਮ ਕੀਤਾ ਗੁਰੂ ਨਾਨਕ ਸਾਹਿਬ ਜੀ ਦੀ ਪੋਥੀ ਜਿਹੜੀ ਹੈ ਉਹ ਸੰਗਲਾ ਦੀਪ ਪਈ ਹੈ, ਭਾਈ ਪੈੜਾ ਜੀ ਉਹ ਲੈ ਕੇ ਆਉਣੀ ਹੈ। ਰਹਾ ਹਕੀਕਤ ਸਗਲ ਸੁਨਾਈ, ਸੋ ਜਿਹੜੀ ਹਕੀਕਤ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੀ ਸੁਣਾ ਦਿੱਤੀ ਹੈ। ਪੋਥੀ ਦੇ ਸੁਖੋ ਨਾਹੀ, ਪਾਤਸ਼ਾਹ ਜੀ ਕਹਿੰਦੇ ਜਦੋਂ ਤੁਹਾਨੂੰ ਰਾਜੇ ਸ਼ਿਵਨਾਗ ਦਾ ਪਰਿਵਾਰ ਪੋਥੀ ਦੇਵੇਗਾ, ਪੋਥੀ ਨੂੰ ਖੋਲਣਾ ਨਹੀਂ। ਹਟੋ ਲਿਹੋ ਆਵੋ ਹਮ ਪਾਹੀ, ਇਸ ਤਰ੍ਹਾਂ ਤੁਹਾਨੂੰ ਪੋਥੀ ਬੰਦ ਮਿਲੇਗੀ ਨਾ, ਉਸੇ ਤਰ੍ਹਾਂ ਉਹ ਬੰਦ ਪੋਥੀ ਲੈ ਕੇ ਤੁਸੀਂ ਵਾਪਸ ਆ ਜਾਣਾ ਹੈ। ਇੱਕ ਸਿੱਖ ਰਾਖੇ ਪੈਸੇ ਪਾਂਚ, ਜਦੋਂ ਸਤਿਗੁਰੂ ਭਾਈ ਪੈੜੇ ਮੋਖੇ ਨਾਲ ਬਚਨ ਕਰ ਰਹੇ ਸਨ, ਇਹਦੇ ਨੂੰ ਇੱਕ ਸਿੱਖ ਆਇਆ ਤੇ ਉਹਨੇ ਆ ਕੇ 5 ਪੈਸੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਸੋ ਖਰਚੀ ਦੀਨੀ ਗੁਰ ਸਾਚ, ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਉਹ 5 ਪੈਸੇ ਚੁੱਕ ਕੇ ਨਾ ਤੇ ਭਾਈ ਪੈੜੇ ਮੋਖੇ ਨੂੰ ਦੇ ਦਿੱਤੇ ਵੀ ਤੇਰਾ ਰਾਹ ਦਾ ਖਰਚਾ ਹੈ। ਸਗਰ ਬਾਤ ਸਮਝਾਏ ਪਠਾਇਓ, ਸਾਰੀ ਗੱਲ ਸਮਝਾ ਕੇ ਮਹਾਰਾਜ ਜੀ ਨੇ ਭਾਈ ਪੈੜੇ ਨੂੰ ਭੇਜ ਦਿੱਤਾ ਹੈ। ਆਏ ਸਤਕਾਰ ਸਦਾਇਓ, ਸਤਿਗੁਰੂ ਜੀ ਦੀ ਆਗਿਆ ਸੁਣਦਿਆਂ ਸਾਰ ਗੁਰਸਿੱਖ ਤਤਕਾਲ ਹੀ ਸੰਗਲਾ ਦੀਪ ਨੂੰ ਚੱਲ ਪਿਆ। ਪੰਡਤ ਕੋ ਦਿਖਾਏ ਤਬ ਕਹਿਓ, ਜਦੋਂ ਭਾਈ ਪੈੜਾ ਮੋਖਾ ਜੀ ਚਲੇ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਪੰਡਤ ਨੂੰ ਦਿਖਾ ਕੇ ਇਹ ਗੱਲ ਆਖੀ ਹੈ। ਕਮਲਿਓ ਸਿੱਖ ਭਲੇ ਤੈ ਰਹਿਓ, ਸਤਿਗੁਰੂ ਜੀ ਕਹਿਣ ਲੱਗੇ ਪੰਡਤ ਜੀ ਵੇਖੋ ਸਾਡਾ ਸਿੱਖ ਚਲਾ ਗਿਆ ਹੈ ਤੇ ਸਾਰਾ ਕੌਤਕ ਤੂੰ ਭਲੀ ਪ੍ਰਕਾਰ ਆਪਣੇ ਅੱਖਾਂ ਨਾਲ ਵੇਖ ਕੇ ਸਮਝ ਲਿਆ ਹੋਵੇਗਾ। ਵਾਰ ਮਹੂਰਤ ਤਿਤਨੇ ਪੁੱਛਾ, ਮੇਰੇ ਸਿੱਖ ਨੇ ਨਹੀਂ ਪੁੱਛਿਆ ਵੀ ਵਾਰ ਕਿਹੜਾ ਸੀ, ਮੇਰੇ ਸਿੱਖ ਨੇ ਮਹੂਰਤ ਨਹੀਂ ਸੋਧਿਆ ਵੀ ਚੰਗਾ ਸਮਾਂ ਕਿਹੜਾ ਜਾਣਦਾ ਹੈ, ਉਹਨੇ ਤਰੀਕ ਨਹੀਂ ਪੁੱਛੀ ਸਾਡੇ ਕੋਲੋਂ ਵੀ ਕਿਸ ਤਰੀਕ ਨੂੰ ਜਾਵਾਂ। ਅਸੀਂ ਆਗਿਆ ਕੀਤੀ ਵੀ ਸਿੱਖਾਂ ਚਲਾ ਜਾਓ, ਤਤਕਾਲ ਹੀ ਚਲਾ ਗਿਆ ਸਾਡਾ ਹੁਕਮ ਮੰਨ ਕੇ। ਨਾ ਉਹਨੇ ਸਾਡੇ ਕੋਲੋਂ ਰਾਹ ਦਾ ਖਰਚਾ ਮੰਗਿਆ, ਨਾ ਸਾਡੇ ਕੋਲੋਂ ਮਾਇਆ ਮੰਗੀ ਹੈ, ਸਾਡਾ ਹੁਕਮਨਾਮਾ ਲੈ ਕੇ ਤਤਕਾਲ ਹੀ ਚਲਾ ਗਿਆ ਹੈ। ਬਿਨਾ ਖਰਚ ਤੇ ਮਨ ਨਹੀਂ ਛੂਛਾ, ਸਤਿਗੁਰੂ ਕਹਿੰਦੇ ਵੀ ਖਰਚ ਤੋਂ ਤਾਂ ਖਾਲੀ ਸੀ ਪਰ ਮਨ ਤੋਂ ਖਾਲੀ ਨਹੀਂ ਸੀ ਮੇਰਾ ਸਿੱਖ। ਮੇਰੇ ਸਿੱਖ ਦਾ ਮਨ ਸਿਦਕ ਨਾਲ ਭਰਿਆ ਸੀ, ਖਰਚੇ ਨਾਲ ਤਾਂ ਨਹੀਂ ਪਰ ਸਿਦਕ ਨਾਲ ਜ਼ਰੂਰ ਭਰਿਆ ਹੋਇਆ ਸੀ। ਖਰਚੇ ਤੋਂ ਬਿਨਾਂ ਸਾਡਾ ਹੁਕਮ ਮੰਨ ਕੇ ਸਿਦਕ ਰੱਖ ਕੇ ਚਲਾ ਗਿਆ ਹੈ। ਨਿਸ਼ਚਾ ਏਕ ਕਰਨ ਅਰਦਾਸ, ਸਾਡੇ ਸਿੱਖਾਂ ਦਾ ਜਿਹੜਾ ਨਿਸ਼ਚਾ ਹੈ ਨਾ ਉਹ ਇੱਕ ਅਰਦਾਸ ਤੇ ਹੁੰਦਾ ਹੈ। ਇੱਕ ਬੇਨਤੀ ਕਰਦੇ ਆ ਕਿ ਜਦੋਂ ਆਪਾਂ ਬੱਚਿਆਂ ਦਾ ਵਿਆਹ ਆਦਤ ਰੱਖਦੇ ਆ, ਉਦੋਂ ਵੀ ਕਈ ਆ ਕੇ ਮਹੂਰਤ ਦੇ ਚੱਕਰ ਵਿੱਚ ਪੈ ਜਾਂਦੇ ਨੇ ਵੀ ਕੋਈ ਤਰੀਕ ਕੱਢ ਦਿਓ। ਗੁਰਮੁਖੋ ਸਤਿਗੁਰਾਂ ਦਾ ਹੁਕਮ ਹੈ, ਕੀਤਾ ਲੋੜੀ ਹੈ ਕੰਮ ਸੋ ਹਰਪ ਹੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਿੱਖ ਨੂੰ ਕੋਈ ਤਰੀਕ, ਕੋਈ ਥਿਤ, ਕੋਈ ਵਾਰ, ਕੋਈ ਮਹੂਰਤ ਪੁੱਛਣ ਦੀ ਲੋੜ ਨਹੀਂ। ਕੋਈ ਵੀ ਆਪਣਾ ਕਾਰਜ ਕਰਨਾ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੀਏ। ਅਰਦਾਸ ਕਰਕੇ ਜਿਹੜਾ ਸਮਾਂ ਚੰਗਾ ਲੱਗਦਾ ਹੈ ਉਸੇ ਸਮੇਂ ਆਪਣਾ ਕਾਰਜ ਕਰ ਲਿਓ। ਇੱਥੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਜੀ ਨਿਸ਼ਚਾ ਏਕ ਕਰਨ ਅਰਦਾਸ। ਮੇਰੇ ਸਿੱਖਾਂ ਦਾ ਜਿਹੜਾ ਨਿਸ਼ਚਾ ਹੈ ਇੱਕ ਅਰਦਾਸ ਕਰਨ ਦੇ ਉੱਪਰ ਹੈ। ਮੇਰਾ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਨਿਤ ਜਾਣੈ ਜਹ ਕਹਿ ਗੁਰ ਪਾਸ, ਅਰਦਾਸ ਕਰਕੇ ਤੁਰ ਪੈਂਦਾ ਹੈ। ਸਿੱਖ ਮੇਰਾ ਜਾਣਦਾ ਹੈ ਕਿ ਜਿੱਥੇ ਕਿਥੇ ਵੀ ਮੈਂ ਜਾਵਾਂ ਮੇਰਾ ਸਤਿਗੁਰੂ ਮੇਰੇ ਨਾਲ ਹੈ। ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿਥੇ ਮੈਨੂੰ ਲੈ ਛੜਾਈ। ਮੇਰਾ ਸਤਿਗੁਰੂ ਮੇਰੇ ਨਾਲ ਹੈ, ਜਿੱਥੇ ਕਿਥੇ ਵੀ ਮੈਂ ਹੋਵਾਂਗਾ ਮੇਰਾ ਗੁਰੂ ਮੈਨੂੰ ਛੁਡਾ ਲਏਗਾ। ਭਗਤ ਅਨੰਦ ਕਹਾਵਤ ਐਸੇ, ਸਤਿਗੁਰੂ ਕਹਿੰਦੇ ਪੰਡਤ ਜੀ ਇਸ ਤਰ੍ਹਾਂ ਅਨੰਦ ਭਗਤ ਕਹਾਈਦਾ ਹੈ। ਤੁਸੀਂ ਦੇਵਤੇ ਮਨਾ ਕੇ ਉਹਨਾਂ ਤੇ ਭਰੋਸਾ ਨਹੀਂ ਰੱਖ ਸਕੇ, ਤੁਸੀਂ ਅਨੰਦ ਭਗਤ ਕਿਵੇਂ ਹੋ ਗਏ? ਅਨੰਦ ਭਗਤ ਤਾਂ ਮੇਰਾ ਸਿੱਖ ਹੈ
ਜਿਸ ਸਿੱਖ ਨੂੰ ਆਪਣੀ ਕੀਤੀ ਅਰਦਾਸ ਦੇ ਉੱਪਰ ਨਿਸ਼ਚਾ ਸੀ। ਗੁਰ ਬਿਨ ਅਵਰ ਨਾ ਮਾਨਹਿ ਕੈਸੇ। ਅਨੰਦ ਭਗਤ ਜਿਹੜਾ ਹੁੰਦਾ ਉਹ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ। ਗਨ ਦੇਵ ਨੇ ਪਰ ਨਿਸ਼ਚਾ ਤੇਰਾ। ਸਤਿਗੁਰੂ ਕਹਿੰਦੇ ਵੇਖ ਤੇਰਾ ਨਿਸ਼ਚਾ ਕਿੰਨੇ ਦੇਵਤਿਆਂ ਤੇ ਆ। ਸਨਾਤਨ ਮੱਤ ਦੇ ਵਿੱਚ 33 ਕਰੋੜ ਦੇਵੀ ਦੇਵਤੇ ਮੰਨੇ ਗਏ ਜੀ। ਸਾਰਿਆਂ ਦੀ ਪੂਜਾ ਹੁੰਦੀ, ਅਲੱਗ-ਅਲੱਗ ਦੇਵਤਿਆਂ ਦੀ ਪੂਜਾ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੇਖੋ ਵੀ ਤੇਰਾ ਨਿਸ਼ਚਾ ਕਿੰਨੇ ਜ਼ਿਆਦੇ ਦੇਵਤਿਆਂ ਦੇ ਉੱਪਰ ਹੈ। ਜੋ ਸੋਪ ਸੁਨ ਰਵ ਖਰ ਕੇਰਾ। ਤੇ ਜਦੋਂ ਖੋਤਾ ਬੋਲਿਆ ਤੂੰ ਖੋਤੇ ਦੀ ਆਵਾਜ਼ ਸੁਣ ਕੇ ਤੇ ਦੇਵਤਿਆਂ ਦਾ ਨਿਸ਼ਚਾ ਛੱਡ ਦਿੱਤਾ, ਫਿਰ ਤੂੰ ਅਨੰਦ ਭਗਤ ਕਿਵੇਂ ਹੋਇਆ? ਜਿਸ ਦੀ ਪੂਜਾ ਕਰਨਾ ਹੈ ਘੱਟੋ ਘੱਟ ਉਹਦੇ ਤੇ ਵਿਸ਼ਵਾਸ ਤਾਂ ਰੱਖਣਾ। ਤੈਨੂੰ ਖੋਤੇ ਦੀ ਆਵਾਜ਼ ਉੱਤੇ ਭਰੋਸਾ ਜ਼ਿਆਦਾ ਸੀ ਵੀ ਇਹ ਬੋਲ ਪਿਆ ਮੇਰਾ ਕੰਮ ਨਹੀਂ ਹੋਣਾ। ਤੇ ਕੀ ਤੈਨੂੰ ਆਪਣੇ ਦੇਵਤੇ ਤੇ ਭਰੋਸਾ ਨਹੀਂ ਸੀ ਵੀ ਜਿਹਦੀ ਪੂਜਾ ਕਰਕੇ ਘਰੋਂ ਚੱਲਿਆ ਉਹ ਮੇਰਾ ਕਾਰਜ ਰਾਸ ਕਰੇਗਾ? ਪਰ ਤੈਨੂੰ ਖੋਤੇ ਦੇ ਉੱਤੇ ਭਰੋਸਾ ਜ਼ਿਆਦਾ ਸੀ, ਦੇਵਤੇ ਤੇ ਭਰੋਸਾ ਨਹੀਂ ਸੀ। ਇਸ ਕਰਕੇ ਪੰਡਤ ਜੀ ਤੁਸੀਂ ਅਨੰਦ ਭਗਤ ਨਹੀਂ ਹੋ ਸਕਦੇ। ਪ੍ਰਭੂ ਗੁਰਦਾਸ ਭਾਈ ਪ੍ਰਤ ਗਾਏ। ਸਤਿਗੁਰੂ ਮਹਾਰਾਜ ਜੀ ਦੇ ਪਾਸ ਭਾਈ ਗੁਰਦਾਸ ਜੀ ਬੈਠੇ ਸਨ ਤੇ ਗੁਰੂ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਹਨ, ਇਹ ਪ੍ਰਸੰਗ ਕੇ ਕਵਿਤ ਬਣਾਏ। ਸਤਿਗੁਰੂ ਕਹਿੰਦੇ ਭਾਈ ਗੁਰਦਾਸ ਜੀ ਇਸ ਪ੍ਰਸੰਗ ਦੇ ਨਾ ਕਵਿਤ ਬਣਾਵੋ। ਸੁਨ ਭਾਈ ਜਗ ਕਵਿਤ ਬਣਾਏ। ਸਤਿਗੁਰਾਂ ਦਾ ਵਚਨ ਸੁਣ ਕੇ ਭਾਈ ਗੁਰਦਾਸ ਜੀ ਨੇ 2 ਕਵਿਤ ਉਚਾਰਨ ਕੀਤੇ ਹਨ। ਅਨੰਦ ਭਗਤ ਪਰਥਾਏ ਸੁਹਾਏ। ਇਹ 2 ਦੇ 2 ਕਵਿਤ ਅਨੰਦ ਭਗਤ ਦੇ ਪਰਥਾਏ ਉਚਾਰਨ ਕੀਤੇ ਗਏ ਹਨ। ਸੋ ਅਬ ਇਸ ਥਾਂ ਲਿਖਿਆ ਬਣਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਭਾਈ ਗੁਰਦਾਸ ਜੀ ਨੇ 2 ਕਵਿਤ ਉਚਾਰਨ ਕੀਤੇ ਨੇ, ਉਹ ਕਵਿਤ ਮੈਂ ਇਸ ਜਗ੍ਹਾ ਤੇ ਹੁਣ ਲਿਖ ਕੇ ਤੁਹਾਨੂੰ ਸਰਵਣ ਕਰਾਉਂਦਾ ਹਾਂ। ਪਟ ਕਰ ਜਾਣੋ ਗੁਰਸਿੱਖ ਭਾਈ। ਇਹ ਗੁਰਸਿੱਖ ਭਾਈ ਨਾ ਕਵਿਤਾ ਨੂੰ ਪੜ੍ਹ ਕੇ ਤੁਸੀਂ ਸਾਰਾ ਕੁਝ ਜਾਣ ਜਾਓਗੇ। ਤੇ ਉਸ ਸਮੇਂ ਜਿਹੜੀ ਵਾਰਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਉਸ ਪੰਡਤ ਨੂੰ ਸਮਝਾਉਣਾ ਕੀਤਾ ਹੈ। ਕਵਿਤ ਵੈਸਨੋ ਅਨਨ ਬ੍ਰਹਮਣ ਸਾਧ ਕ੍ਰਮ ਸੇਵਾ ਗੀਤਾ। ਭਗਵਤ ਸਰੋਤਾ ਏਕਾ ਕੀ ਕਹਾਵਈ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਇੱਕ ਵੈਸ਼ਨੋ ਬ੍ਰਾਹਮਣ ਅਨੰਦ ਭਗਤ ਕਹਾਉਂਦਾ ਸੀ ਆਪਣੇ ਆਪ ਨੂੰ। ਸਾਲਗ੍ਰਾਮ ਦੀ ਉਹਨੇ ਸੇਵਾ ਵੀ ਕੀਤੀ, ਭਗਵਤ ਗੀਤਾ ਦਾ ਸਰੋਤਾ ਵੀ ਸੀ। ਤੇ ਸਰੋਤਾ ਹੋਣ ਦੇ ਨਾਲ ਨਾਲ ਫਿਰ ਉਹ ਇਕੱਲਾ ਆਪਣੇ ਆਪ ਨੂੰ ਅਨੰਦ ਭਗਤ ਵੀ ਕਹਾਉਂਦਾ ਸੀ ਵੀ ਮੈਂ ਪਰਮੇਸ਼ਰ ਦਾ, ਪ੍ਰਭੂ ਦਾ ਅਨੰਦ ਭਗਤ ਹਾਂ। ਤੀਰਥ ਧਰਮ ਦੇਵ ਯਾਤਰ ਕੋ ਪਟੰਦ ਪੁੱਛ। ਕਰਤ ਗਵਨ ਸੋ ਮਹੂਰਤ ਸੁਧਾਵਈ। ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਫਿਰ ਇਸੇ ਪ੍ਰਕਾਰ ਜਿਹੜੇ ਧਰਮ ਦੇ ਦੇਵ ਨੇ ਉਹਨਾਂ ਦੇਵਾਂ ਦੀ ਪੂਜਾ ਕਰਨੀ। ਤੇ ਫਿਰ ਜਦੋਂ ਕਿਤੇ ਜਾਣਾ ਤੇ ਕਹਿੰਦੇ ਵੀ ਪੰਡਤ ਦੇ ਕੋਲੋਂ ਪੁੱਛ ਕੇ ਤੇ ਮਹੂਰਤ ਨੂੰ ਸੁਧਾਉਣਾ ਵੀ ਕਿਹੜਾ ਸਮਾਂ ਚੰਗਾ ਹੋਵੇਗਾ, ਕਿਹੜਾ ਸਮਾਂ ਭਲਾ ਹੋਵੇਗਾ, ਕਿਸ ਸਮੇਂ ਅਸੀਂ ਜਾਈਏ। ਇਸ ਤਰ੍ਹਾਂ ਇੱਕ ਪਾਸੇ ਤੀਰਥਾਂ ਤੇ ਇਸ਼ਨਾਨ ਵੀ ਕਰਨਾ, ਧਰਮ ਦੇਵਤਿਆਂ ਦੀ ਪੂਜਾ ਵੀ ਕਰਨੀ, ਪਰ ਜਦੋਂ ਯਾਤਰਾ ਨੂੰ ਜਾਣਾ ਤੇ ਉਦੋਂ ਫਿਰ ਕਹਿੰਦੇ ਪੰਡਤਾਂ ਨੂੰ ਪੁੱਛ ਕੇ ਤੇ ਉਹਦਾ ਮਹੂਰਤ ਸੁਧਾਉਣਾ ਵੀ ਕਿਹੜਾ ਸਮਾਂ ਜਾਣ ਲਈ ਚੰਗਾ ਹੋਵੇਗਾ। ਬਾਹਰ ਨਿਕਸ ਕਰਦਰ ਸਵਾਨ। ਸਗਨ ਕੇ ਸੰਗਾ ਉੱਪਰ ਰਾਜ ਕਹਿ ਬੋਲ ਘਰ ਆਵਈ। ਕਹਿੰਦੇ ਜਦੋਂ ਮਹੂਰਤ ਸੁਧਾ ਕੇ ਘਰੋਂ ਬਾਹਰ ਨਿਕਲਿਆ ਨਾ ਤੇ ਬਾਹਰ ਨਿਕਲਦੇ ਆ ਕਹਿੰਦੇ ਗਰਦਬ ਸਵਾਨ ਸਗਨ ਕੇ। ਗਰਦਬ ਖੋਤੇ ਨੂੰ ਕਹਿੰਦੇ, ਸਵਾਨ ਖੋਤੇ ਨੂੰ ਕਹਿੰਦੇ। ਖੋਤਾ ਬੋਲ ਪਿਆ, ਕੁੱਤਾ ਬੋਲ ਪਿਆ ਤੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਵੀ ਇਹ ਤਾਂ ਸ਼ਗਨ ਹੋ ਗਿਆ। ਆਪਣੇ ਆਪ ਵਿੱਚ ਵੀ ਹੈ ਨਾ ਵੀ ਪਿੱਛੋਂ ਆਵਾਜ਼ ਨਾ ਮਾਰਿਆ ਕਰੋ। ਕੋਈ ਕੰਮ ਜਾਂਦਾ ਨਾ, ਕਿਸੇ ਨੇ ਆਵਾਜ਼ ਮਾਰਦੀ, ਪਿੱਛੋਂ ਆਵਾਜ਼ ਕਿਉਂ ਮਾਰੂ? ਫਿਰ ਕੀ ਹੋਇਆ? ਘਰ ਦੇ ਮੈਂਬਰ ਇਹਨੇ ਜੇ ਆਵਾਜ਼ ਮਾਰਦੀ ਹੈ ਫਿਰ ਕਿਹੜਾ ਤੇਰਾ ਕੰਮ ਰੁਕ ਚੱਲਿਆ? ਆਵਾਜ਼ ਤਾਂ ਸਾਰਿਆਂ ਨੂੰ ਦਿੱਤੀ ਪੈਂਦੀ ਹੈ। ਸਦੜੇ ਨਿਤ ਪਵਨ, ਇਹ ਜਿਹੜੀ ਆਵਾਜ਼ ਪੈਂਦੀ ਉਹ ਸੁਣੀ ਕਿਸੇ ਨੇ? ਜਿਹੜੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਵੀ ਰੋਜ਼ ਹੀ ਸੱਦੇ ਪੈਂਦੇ, ਪਿੱਛੋਂ ਆਵਾਜ਼ਾਂ ਪੈਂਦੀਆਂ ਤੇ ਕਿ ਤੇਰਾ ਕਾਲ ਨੇੜੇ ਆ ਰਿਹਾ, ਉਹ ਨਹੀਂ ਸੁਣੀ ਆਪਾਂ। ਕੰਮ ਜਾਣਾ ਜੀ ਕਹਿੰਦੇ ਜੀ ਆਵਾਜ਼ ਮਾਰਦੀ ਜੀ, ਮੈਨੂੰ ਲੱਗਦਾ ਨਹੀਂ ਕੰਮ ਹੋਏਗਾ ਸਾਡਾ। ਇੱਕ ਗ੍ਰੰਥੀ ਸਿੰਘ ਮਿਲਿਆ ਤੇ ਅਖੰਡ ਪਾਠ ਸਾਹਿਬ ਰੱਖਣ ਲੱਗੇ ਤੇ ਮੈਨੂੰ ਲੱਗਦਾ ਵੀ ਤਕਰੀਬਨ 9:45 ਵਜੇ ਦਾ ਸਮਾਂ ਸੀ ਤੇ ਪਾਠ ਦਾ ਸਮਾਂ ਹੋ ਗਿਆ ਤੇ ਉਹਨੂੰ ਸਿੰਘ ਨੂੰ ਆਖਿਆ ਵੀ ਅਖੰਡ ਪਾਠ ਸਾਹਿਬ ਆਰੰਭ ਕਰ ਦਿਓ।
कहता नहीं अजे नहीं करना, अजे जी पाउना होया। मैं कि तुसी भी पाउने के चक्कर चलो। अरदास असीं अकाल पुरख गुरु ग्रंथ साहिब के चरणों च, दसां पातशाहियां के चरणों च करनी है, अखंड पाठ साहब रखनी। कहता नहीं जी असीं पाउना ते सवा नहीं रब करते भी, जां तां 10:30 करांगे जां 10 बजे करांगे। जे तुसीं आखो भी 10:15 जां 10:45 पाठ रब कर दिओ भी असां नहीं करना। क्यों? कहते जी ये भरम मनते असीं भी असीं पाउना ते सवा नहीं मनते, ना असीं 10:45 पाठ आरंभ करना ते ना 10:15। मैं भी कोई पाठी सिंह की ड्यूटी का रौला, कहता नहीं असीं भरम मनते हैं पाउने का भी असीं नहीं करना। पाठ असीं गुरु ग्रंथ साहिब महाराज का करना है ते चक्कर असीं पौने के चक्कर दे विच पए होया भी अजे जी 10:45 होए। इहो जिहा भरम गुरु का सिख ना रखे। भाई साहब भाई गुरदास जी कहते भी निकलिया तीर्थ यात्रा, अगे गधा बोल पिया, कुत्ता बोल पिया ते मन विच अपशगन पैदा हो गया। कहता जी अपशगन हो गया ते मुड़ के अपने घर दे विच वापस आ गया है। अत व्रत गह रह सकत न एक टेक, दुखदा अछत न परम पद आवई। कहते जेड़ा पत पत धर्म नूं ग्रहण करदा है ना, फिर ਉਹਦੀ ਜਦੋਂ ਇੱਕ ਦੇ ਉੱਤੇ ਟੇਕ ਨਹੀਂ ਰਹਿੰਦੀ ਤੇ ਕਹਿੰਦੇ ਫਿਰ ਉਹ ਮਨੁੱਖ ਕਦੇ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਿਉਂਕਿ ਦੁਬਦਾ ਵਿੱਚ ਰਹਿੰਦਾ। ਭਾਈ ਸਾਹਿਬ ਨੇ ਸ਼ਬਦ ਵਰਤਿਆ ਜੀ ਪਦ ਵਰਤਾ। ਪਦ ਵਰਤਾ ਤੋਂ ਮੁਰਾਦ ਹੈ ਜੀ ਵੀ ਹੈ ਤਾਂ ਰੱਬ ਦਾ ਪੁਜਾਰੀ, ਆਪਣੇ ਦੇਵਤਿਆਂ ਨੂੰ ਭਗਵਾਨ ਨੂੰ ਵੀ ਪੂਜਦਾ ਹੈ ਤਾਂ ਪੁਜਾਰੀ, ਪਰ ਉਹਦੀ ਟੇਕ ਇੱਕ ਦੇ ਉੱਤੇ ਨਹੀਂ, ਮੰਨਦਾ ਵੀ ਹੈ, ਪੂਜਾ ਵੀ ਕਰਦਾ, ਤੀਰਥਾਂ ਤੇ ਵੀ ਜਾਂਦਾ ਹੈ, धर्म ग्रंथों की कथा करता भी है, सुनता भी है, बखता भी है, सुनता भी है, सारा कुछ ही है, पर आसरा पर टेक एक दे उत्ते नहीं। मन दुखदा दे विच पूजा करके घरों निकलिया भी चलो आप तीर्थ की यात्रा करन चलिए, पर गधा बोल पे ये दुखदा ही है भी आप शगन हो गया। भाई साहब भाई गुरदास जी कहते हैं कि इहो जिहा मनुख ना परम पद पावे, वो कदे भी परम पदवी की प्राप्ति नहीं कर सकता। गुर सिख संगत मिलाव को प्रताप ऐसो, अस व्रत एक टेक दो बदान वारी है। गुरु के सिखां की संगत का मिलाप ऐसा है, गुरु के सिखां की संगत का मिलाप ऐसा है, प्रताप ऐसा है कि जेड़े गुरु के प्यार वाले सिख होंदे ने वो पति परता धर्म को धारण करके एक अकाल पुरख ते टेक रख लेंदे ने। उन्होंने अपने अंदर की दुबदा को निवृत्त कर देना है। एक वचन हमेशा याद रखना, भाई गुरदास साहिब जी के कवित सुनइए सब को कठन ने पढ़ने विचार ने, बड़ी महंगी बाणी है भाई गुरदास जी की कवित सुनइया की बाणी। उन्होंने 2 ग्रंथ लिखे ने भाई गुरदास जी ने, एक वारां लिखियां ने भाई गुरदास जी दी वारां होंदियां ने, एक भाई गुरदास जी का ग्रंथ है जी कवित सुनइया का। ते कवित सुनइया का जिहड़ा ग्रंथ भाई साहब जी ने उच्चारण किया वो ज़्यादातर बनारस दे विच पंडितां नाल चर्चा करदे भाई गुरदास जी ने उच्चारण किया सी। कथा भी अगे आवेगी, आपां सरवण करांगे। खैर भाई साहब भाई गुरदास साहब जी कहते हैं गुरु जे सिख की संगत का मिलाप ऐसा है कि जेड़ा संगत विच आके बैठदा है ओदी टेक एक अकाल पुरख ते टिक जाती है ते गुरु दे सिख अपने मन दे अंदरों जेड़ी दुबदा है ओनू निवृत्त कर दिंदे हन। छतन जोतक ओ बेद स्थित वार कछु, ग्रह हो नक्षत्र की न शंका और धारी है। गुरु दा सिख ना तां किसे ज्योतिषी दे कोलों जाके पुछदा है भी मेरा भविख दस दिओ, ज्योतिषी दे अगे हाथ नहीं अड़दा गुरु दा सिख। ते भाई साहब कहते ना ही वो जाके वेद स्थित वार ग्रह नक्षत्र आदि उन्हां दी शंका मनदा है, ना किसी ग्रह की पूजा करता है, ना वारां दा भरम रखदा। लोग वारां दा भरम भी मनदे ना भी फलाने दिन सिर नहीं धोना, फलाने दिन रात भी झाड़ू नहीं मारना, किसी दिन आ काम नहीं करना, कोई आ दिन माड़ा ते कोई आ दिन माड़ा, सोमवार पता नहीं चंगा होंदा ते वीरवार पता नहीं कुछ माड़ा होंदा, मंगलवार माड़ा होंदा, इदां दा कोई भरम है ना। तो दिन चंगा ते ना ही माड़ा है। गुरबाणी का सिद्धांत की है, महाराज सच्चे पातशाह जी कहते हैं
ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਉਹ ਜਿਹੜਾ ਦਿਨ ਉਹ ਘੜੀ ਚੰਗੀ ਹੈ ਜਿਸ ਘੜੀ ਵਿੱਚ ਅਕਾਲ ਪੁਰਖ ਆਪਣੀ ਨਦਰ ਕਰ ਦਿੰਦਾ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰ। ਕਿਹੜਾ ਵੇਲਾ ਧੰਨ ਹੈ ਜਿਸ ਵੇਲੇ ਅਸੀਂ ਗੁਰੂ ਦੇ ਦੀਦਾਰ ਕਰ ਲੈਂਦੇ ਹਾਂ। ਧੰਨ ਸੋ ਦਿਵਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਉਹ ਦਿਨ ਚੰਗਾ ਹੈ ਜਿਸ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰ ਲੈਂਦੇ ਹਾਂ। ਉਹ ਸਮਾਂ ਮਾੜਾ ਹੈ ਜਿਸ ਸਮੇਂ ਅਸੀਂ ਨਿਤਨੇਮ ਨਹੀਂ ਕਰਦੇ। ਉਹ ਦਿਨ ਮਾੜਾ ਹੈ ਜਦੋਂ ਅਸੀਂ ਗੁਰੂ ਦੀ ਸੰਗਤ ਨਹੀਂ ਕਰਦੇ, ਕਥਾ ਕੀਰਤਨ ਨਹੀਂ ਸੁਣਦੇ। ਉਹ ਮਾੜਾ ਹੀ ਹੈ ਦਿਨ ਸਾਡੇ ਵਾਸਤੇ। ਇਸ ਵਾਸਤੇ ਗੁਰੂ ਦਾ ਜਿਹੜਾ ਸਿੱਖ ਆ ਕਿਸੇ ਜੋਤਸ਼ੀ ਕੋਲੋਂ ਪੁੱਛ ਕੇ ਵੇਦ ਕਿਤਵਾਰ ਗ੍ਰਹਿ ਨਛੱਤਰ ਇਹਨਾਂ ਦੀ ਕਦੇ ਸ਼ੰਕਾ ਆਪਣੇ ਹਿਰਦੇ ਵਿੱਚ ਨਹੀਂ ਧਾਰਦਾ। ਜਾਣਦਾ ਨਾ ਸਗਨ ਲਗਨ ਆਰ ਦੇਵ ਸੇਵ ਸ਼ਬਦ ਸੁਰਤ ਲਿਵ ਨਹਿ ਨਿਰੰਕਾਰੀ ਹੈ। ਨਾ ਤਾਂ ਗੁਰੂ ਦਾ ਸਿੱਖ ਕਿਸੇ ਤਰ੍ਹਾਂ ਦਾ ਸ਼ਗਨ ਆਪ ਸ਼ਗਨ ਜਾਣਦਾ, ਨਾ ਉਹ ਕਿਸੇ ਤਰ੍ਹਾਂ ਦੇ ਲਗਨ ਨੂੰ ਮੰਨਦਾ, ਨਾ ਉਹ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਦਾ ਹੈ। ਕੀ ਹੈ ਗੁਰੂ ਦਾ ਸਿੱਖ, ਉਹਦੀ ਅਵਸਥਾ ਕੀ ਹੈ? ਸ਼ਬਦ ਸੁਰਤ ਲਿਵ ਨਹਿ ਨਿਰੰਕਾਰੀ ਹੈ। ਕਹਿੰਦੇ ਉਹਦੀ ਸੁਰਤ ਜਿਹੜੀ ਗੁਰੂ ਦੇ ਸ਼ਬਦ ਦੇ ਨਾਲ ਜੁੜੀ ਹੋਈ ਹੈ ਤੇ ਅੱਠੇ ਪੈਰ ਉਸ ਨਿਰੰਕਾਰ ਦਾ ਨੇ, ਉਸ ਅਕਾਲ ਪੁਰਖ ਦਾ ਪ੍ਰੇਮ ਗੁਰੂ ਦੇ ਸਿੱਖ ਦੇ ਹਿਰਦੇ ਵਿੱਚ ਵਸਦਾ ਹੈ। ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤ ਬਾਲਕ ਹੋਏ ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਗੁਰੂ ਦੇ ਸਿੱਖ ਸੰਤ ਬਾਲਕਾਂ ਵਾਂਗੂ ਨੇ, ਬੱਚਿਆਂ ਵਾਂਗੂ ਨੇ ਤੇ ਸਤਿਗੁਰ ਦੀ ਮਾਤਾ ਪਿਤਾ ਹੋ ਕੇ ਆਪਣੇ ਸਿੱਖ ਸੰਤਾਂ ਦੀ ਪ੍ਰਤਿਪਾਲਨਾ ਕਰਦੇ ਨੇ। ਹੁਣ ਬੱਚਾ ਛੋਟਾ ਹੋਵੇ ਤੇ ਮਾਤਾ ਪਿਤਾ ਨੂੰ ਚਿੰਤਾ ਹੁੰਦੀ ਹੈ ਤੇ ਗੁਰੂ ਦੇ ਪਿਆਰ ਵਾਲੇ ਸਿੱਖ ਗੁਰੂ ਦੇ ਬੱਚੇ ਬਣ ਜਾਂਦੇ ਨੇ, ਗੁਰੂ ਦੇ ਬਾਲਕ ਬਣ ਜਾਂਦੇ ਨੇ। ਅਰਦਾਸ ਕਰਦੇ ਆ ਨਾ ਰੋਜ਼ ਸਤਿਗੁਰਾਂ ਦੇ ਚਰਨਾਂ ਵਿੱਚ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਸ ਗਨੇਰੇ। ਤੁਸੀਂ ਮੇਰੇ ਮਾਤਾ ਪਿਤਾ ਹੋ ਤੇ ਅਸੀਂ ਤੁਹਾਡੇ ਬੱਚੇ ਬਾਲਕਾਂ ਮਹਾਰਾਜ। ਮੈਂ ਸਮਾਜ ਦੇ ਅੰਦਰ ਇਹ ਗੱਲਾਂ ਸੁਣੀਆਂ ਨੇ, ਕੋਈ ਮਾਂ ਦੀ ਸਿਫਤ ਕਰਦਾ, ਕੋਈ ਪਿਤਾ ਦੀ ਸਿਫਤ ਕਰਦਾ ਹੈ ਕਿ ਉਹਨਾਂ ਨੇ ਸਾਡਾ ਬੜਾ ਖਿਆਲ ਰੱਖਿਆ, ਸਾਨੂੰ ਪਾਲਿਆ, ਵੱਡਾ ਕੀਤਾ। ਜਦੋਂ ਮਨੁੱਖ ਆਪਣੇ ਮਾਤਾ ਪਿਤਾ ਤੇ ਇਤਨਾ ਕੁ ਮਾਣ ਕਰਦਾ ਹੈ ਤੇ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਵੀ ਆਪਣੇ ਪਿਤਾ ਅਕਾਲ ਪੁਰਖ ਦੇ ਉੱਪਰ ਬੜਾ ਮਾਣ ਹੈ ਜਿਹਨੇ ਰਹਿਮਤ ਕਰਕੇ ਮੈਨੂੰ ਸਾਰੇ ਸੁੱਖ ਦਿੱਤੇ। ਉਹ ਸਾਡਾ ਭਲਾ ਹੀ ਸੋਚਦਾ, ਸਾਡਾ ਬੁਰਾ ਨਹੀਂ ਸੋਚਦਾ। ਸਿੱਖ ਸੰਤ ਜਿਹੜੇ ਹਨ ਉਹ ਬਾਲਕਾਂ ਦੇ ਵਾਂਗੂ ਨੇ ਤੇ ਸਤਿਗੁਰੂ ਮਾਤਾ ਪਿਤਾ ਹੋ ਕੇ ਆਪਣੇ ਬੱਚਿਆਂ ਦੀ ਸਿੱਖਾਂ ਦੀ ਪਾਲਣਾ ਕਰਦੇ ਨੇ। ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਗੁਰੂ ਦੇ ਸਿੱਖ ਬ੍ਰਹਮ ਦੀ ਵਿਚਾਰ ਕਰਕੇ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਨ। ਜੋ ਕੋਈ ਨਿਰਣੈ ਕਰਦੇ ਨੇ ਤਬ ਜਾਣੇ। ਸਾਧ ਸੰਗਤ ਇਹ ਦੋ ਕਵਿਤ ਨੇ, ਕੇਵਲ ਦਾਸ ਨੇ ਅਖਰੀ ਅਰਥੇ ਦੇ ਸਰਵਣ ਕਰਾਏ ਨੇ। ਇਹ ਦੋ ਕਵਿਤ ਭਾਈ ਗੁਰਦਾਸ ਜੀ ਨੇ ਉਚਾਰਨ ਕਰਕੇ ਉਪਦੇਸ਼ ਦਿੱਤਾ ਜਿਹੜਾ ਪੰਡਤ ਨੂੰ, ਤੇ ਇਸ ਉਪਦੇਸ਼ ਨੂੰ ਸੁਣ ਕਰਕੇ ਪੰਡਤ ਨੇ ਆਪਣੇ ਹਿਰਦੇ ਅੰਦਰ ਨਿਰਣਾ ਕਰ ਲਿਆ ਹੈ। ਬਾਗ ਦਥਾਰਤ ਆਪ ਬਖਾਨੇ। ਹੱਥ ਜੋੜ ਕੇ ਪੰਡਤ ਕਹਿਣ ਲੱਗਾ, ਪਾਤਸ਼ਾਹ ਜੀ ਆਪ ਜੀ ਜੋ ਕਹਿੰਦੇ ਹੋ ਬਿਲਕੁਲ ਸੱਚ ਹੀ ਕਹਿੰਦੇ ਹੋ। ਇਹ ਸੱਚੀ ਗੱਲ ਹੈ ਕਿ ਤੁਹਾਡੇ ਸਿੱਖ ਅਨੰਨ ਭਗਤ ਨੇ ਤੇ ਮੈਂ ਅਨੰਨ ਭਗਤ ਨਹੀਂ ਕਹਾ ਸਕਦਾ। ਸ਼ਾਂਤ ਪਈ ਸੁਨ ਕਰ ਰਬ ਦਿਜ ਕੋ। ਸਤਿਗੁਰ ਜੀ ਦੇ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਪੰਡਤ ਦੇ ਹਿਰਦੇ ਵਿੱਚ ਸ਼ਾਂਤ ਵਰਤ ਗਈ ਹੈ। ਬਹੁ ਨ ਸੰਸਾ ਪ੍ਰਾਪਤ ਕਰਿਤ ਕੋ। ਉਸ ਤੋਂ ਬਾਅਦ ਉਹਦੇ ਹਿਰਦੇ ਵਿੱਚ ਕਿਸੇ ਪ੍ਰਕਾਰ ਦਾ ਸ਼ੰਕਾ ਪੈਦਾ ਨਹੀਂ ਹੋਇਆ। ਮਸਤਕ ਟੇਕ ਸਿਮਰ ਗੁਰ ਗਇਓ। ਇਧਰ ਭਾਈ ਪੈੜਾ ਮੋਖਾ ਸਤਿਗੁਰਾਂ ਨੂੰ ਨਮਸਕਾਰ ਕਰਕੇ ਸੰਗਲਾ ਦੀਪ ਚਲਾ ਗਿਆ। ਸਾਮਗ ਉਲੰਘ ਪਹੁੰਚਤ ਭਇਓ। ਸਾਰਾ ਰਸਤਾ ਲੰਘ ਕੇ ਸੰਗਲਾ ਦੀਪ ਭਾਈ ਪੈੜਾ ਜੀ ਪਹੁੰਚ ਗਏ ਹਨ। ਉਹ ਸ਼ਿਵ ਨਾਮ ਪ੍ਰਵੇਸ਼ਨ ਕੀਨਾ। ਰਾਜੇ ਸ਼ਿਵਨਾਥ ਦੀ ਜਿਹੜੀ ਨਗਰੀ ਸੰਗਲਾ ਦੀਪ ਸੀ ਉਹਦੇ ਵਿੱਚ ਭਾਈ ਪੈੜਾ ਜੀ ਪ੍ਰਵੇਸ਼ ਹੋਏ ਹਨ। ਨਿਰਪਤ ਪ੍ਰਸੰਗ ਮੂਝ ਸਭ ਲੀਨਾ। ਨਗਰ ਵਿੱਚ ਜਾ ਕੇ ਰਾਜੇ ਸ਼ਿਵਨਾਥ ਦਾ ਪ੍ਰਸੰਗ ਪੁੱਛ ਲਿਆ ਵੀ ਕੌਣ ਰਾਜ ਕਰਦਾ, ਇਸ ਵਕਤ ਕਿਹੜਾ ਰਾਜਾ ਗੱਦੀ ਉੱਪਰ ਬੈਠਾ ਹੈ। ਮੇਰਾ ਮੇਦਨੀ ਤਿਸ ਕੋ ਨਾਮ। ਨਗਰ ਦੇ ਲੋਕਾਂ ਨੇ ਦੱਸਿਆ ਹੈ ਕਿ ਰਾਜਾ ਮਾਇਆ ਮੇਦਨੀ ਇਸ ਨਗਰ ਦਾ ਹੁਣ ਰਾਜਾ ਹੈ। ਚਲਤ ਪੰਥ ਸ਼ੁਭ ਗੁਣ ਗਨ ਧਾਮ। ਇਹ ਰਾਜਾ ਵੀ ਸੱਚ ਦੇ ਧਰਮ ਦੇ ਪੰਥ ਮਾਰਗ ਤੇ ਚੱਲਦਾ ਤੇ ਗੁਣਾਂ ਦਾ ਘਰ ਹੈ। ਗੁਣਵਾਨ ਰਾਜਾ ਧਰਮ ਗਿਆ। ਰਾਜਾ ਮਾਇਆ ਮੇਦਨੀ ਗੁਣਵਾਨ ਰਾਜਾ ਤੇ ਬੜਾ ਧਰਮਾਤਮਾ ਰਾਜਾ ਹੈ। ਗੁਰ ਕੋ ਸਿੱਖ ਵਿਸਾਲ ਲੱਗਿਆ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਸਿੱਖ ਹੈ। ਸ੍ਰੀ ਨਾਨਕ ਸਿਕੰਦਰ ਸ਼ਿਵਨਾਭ, ਜਿਹੜਾ ਰਾਜਾ ਸ਼ਿਵਨਾਭ ਸੀ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ। ਜਿਸ ਕੋ ਇਹ ਪੋਤਾ ਜਸ ਲਾਭ, ਤੇ ਜਿਹੜਾ ਰਾਜਾ ਮਾਇਆ ਮੇਦਨੀ ਹੈ ਇਹ ਰਾਜੇ ਸ਼ਿਵਨਾਭ ਦਾ ਪੋਤਰਾ ਹੈ, ਜਿਹੜਾ ਇਸ ਨਗਰੀ ਵਿੱਚ ਹੁਣ ਰਾਜ ਕਰਦਾ ਹੈ। ਸੁਨ ਸਭ ਕੋਰਦਾਰ ਡਿਗ ਜਾਏ, ਅਜਿਹੇ ਬਚਨ ਸੁਣ ਕੇ ਭਾਈ ਪੈੜਾ ਮੋਠਾ ਸਾਧ ਸੰਗਤ ਜੀ ਜਿੱਥੇ ਕੋੜਦਾਰ ਖੜੇ ਹੁੰਦੇ ਨੇ ਉੱਥੇ ਜਾ ਪਹੁੰਚਿਆ ਹੈ। ਗੁਰੂ ਨਿਕਟ ਤੇ ਮੈਂ ਚਲੇ ਆਏ, ਤੇ ਪੌੜਦਾਰ ਨੂੰ ਜਾ ਕੇ ਖਬਰ ਦਿੱਤੀ ਹੈ ਕਿ ਜਾ ਕੇ ਰਾਜੇ ਮਾਇਆ ਮੇਦਨੀ ਨੂੰ ਕਹਿ ਦਿਓ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਆਇਆ ਹੈ। ਲਿਖਿਓ ਹੁਕਮਨਾਮਾ ਮੈਂ ਲਿਆਇਓ, ਸਤਿਗੁਰੂ ਜੀ ਨੇ ਇੱਕ ਹੁਕਮਨਾਮਾ ਲਿਖਿਆ, ਹੁਕਮਨਾਮਾ ਲੈ ਕੇ ਮੈਂ ਇੱਥੇ ਆਇਆ ਹਾਂ। ਸੁਧ ਭੂਪਤ ਕੋ ਦੇਹੋ ਸੁਨਾਇਓ, ਮੇਰੇ ਆਉਣ ਦੀ ਜਿਹੜੀ ਖਬਰ ਹੈ ਉਹ ਰਾਜੇ ਨੂੰ ਸੁਣਾ ਦਿਓ। ਜਬ ਸਿਰਫ ਸੋ ਸਭ ਕਈ ਹਕੀਕਤ, ਜਦੋਂ ਰਾਜਾ ਮਾਇਆ ਮੇਦਨੀ ਨੂੰ ਪੌੜਦਾਰ ਨੇ ਜਾ ਕੇ ਸਾਰੀ ਹਕੀਕਤ ਦੱਸੀ ਹੈ। ਪਿਤਾ ਪਤਾਮੇ ਜੋ ਉਡੀਕਤ, ਇਹ ਜਿਹੜਾ ਰਾਜਾ ਮਾਇਆ ਮੇਦਨੀ ਸੀ ਆਪਣੇ ਦਾਦੇ ਆਪਣੇ ਪਿਤਾ ਦੇ ਸਮੇਂ ਤੋਂ ਉਡੀਕ ਕਰ ਰਿਹਾ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਨਾ ਵੀ ਸਾਡਾ ਕੋਈ ਸਿੱਖ ਆਵੇਗਾ ਤੇ ਪੋਥੀ ਲੈ ਕੇ ਜਾਏਗਾ। ਇਹ ਗੱਲ ਰਾਜੇ ਸ਼ਿਵਨਾਭ ਨੂੰ ਮਹਾਰਾਜ ਜੀ ਨੇ ਕਹੀ ਸੀ। ਇਸ ਕਰਕੇ ਰਾਜਾ ਮਾਇਆ ਮੇਦਨੀ ਵੀ ਉਡੀਕ ਕਰ ਰਿਹਾ ਸੀ ਕਿ ਕਦੇ ਸਮਾਂ ਆਵੇਗਾ ਕੋਈ ਸਿੱਖ ਆਵੇਗਾ। ਤਤ ਛਿਨ ਉਠਿਓ ਅਗਾਇਓ ਆਇਓ, ਜਦੋਂ ਇਹਨੇ ਸੁਣਿਆ ਵੀ ਕੋਈ ਸਿੱਖ ਆਇਆ ਉਸੇ ਵਕਤ ਹੀ ਸਾਧ ਸੰਗਤ ਜੀ ਰਾਜਾ ਮਾਇਆ ਮੇਦਨੀ ਆਪਣੇ ਤਖਤ ਤੋਂ ਉੱਠਿਆ ਹੈ। ਕਰੇ ਆਦਰੇ ਅੰਦਰ ਪ੍ਰਵੇਸ਼ਿਓ, ਅੱਗੇ ਆ ਕੇ ਭਾਈ ਪੈੜਾ ਜੀ ਦਾ ਆਦਰ ਸਤਿਕਾਰ ਕੀਤਾ ਤੇ ਉਹਨਾਂ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ ਹੈ। ਆਸਨ ਪਰ ਨਿਕਟ ਬਿਠਾਏ, ਆਪਣੇ ਦਰਬਾਰ ਵਿੱਚ ਆਪਣੇ ਕੋਲ ਚੰਗਾ ਆਸਣ ਲਗਾ ਕੇ ਉਹਦੇ ਤੇ ਭਾਈ ਪੈੜੇ ਨੂੰ ਬਿਠਾਇਆ ਹੈ। ਨਿਰਗਤ ਸਭ ਹਿਨ ਬੰਦੇ ਭਾਏ, ਰਾਜਾ ਮਾਇਆ ਮੇਦਨੀ ਦੇ ਸਹਿਤ ਜਿਤਨੇ ਵੀ ਹੋਰ ਨਗਰ ਦੇ ਲੋਕ ਵਜ਼ੀਰ ਆਦਿਕ ਸਨ ਸਭਨਾਂ ਨੇ ਭਾਈ ਪੈੜੇ ਨੂੰ ਨਮਸਕਾਰ ਕੀਤੀ ਹੈ। ਜਬੈ ਹੁਕਮਨਾਮਾ ਇਨ ਦੀਨਾ, ਇਸ ਪ੍ਰਕਾਰ ਜਦੋਂ ਭਾਈ ਪੈੜੇ ਨੇ ਹੁਕਮਨਾਮਾ ਰਾਜੇ ਮਾਇਆ ਮੇਦਨੀ ਨੂੰ ਦਿੱਤਾ ਹੈ, ਭਾਇਓ ਹਰਕ ਸਿਰ ਪਰ ਥਰ ਲੀਨਾ, ਰਾਜਾ ਬੜਾ ਖੁਸ਼ ਹੋਇਆ। ਉਹਨੇ ਪ੍ਰਸੰਨ ਹੋ ਕੇ ਮਹਾਰਾਜ ਜੀ ਦਾ ਹੁਕਮਨਾਮਾ ਆਪਣੇ ਸਿਰ ਦੇ ਉੱਤੇ ਰੱਖ ਲਿਆ ਹੈ। ਇਹ ਨਿਰਭ ਨਿਜ ਦਾਸਨ ਕੇ ਸੰਗ, ਰਾਜੇ ਨੇ ਆਪਣੇ ਦਾਸਾਂ ਸੇਵਕਾਂ ਨੂੰ ਇਹ ਬਚਨ ਆਖਿਆ ਹੈ। ਕਰੋ ਸਗਲ ਮੰਗਲ ਸ਼ਬ ਰੰਗ, ਆਖਦਾ ਹੈ ਨਗਰੀ ਵਿੱਚ ਰੰਗਾ ਰੰਗ ਦੇ ਹੁਣ ਸੋਹਣੇ ਮੰਗਲ ਉਸਤਵ ਕਰਨਾ ਕਰੋ। ਨਗਰ ਵਿਖੇ ਸਭ ਕੋ ਕਹਤੀ ਜੈ, ਨਗਰ ਦੇ ਵਿੱਚ ਸਾਰਿਆਂ ਨੂੰ ਇਹ ਜਿਹੜੀ ਗੱਲ ਕਹਿ ਦਿਓ। ਬਹੁਤ ਭਾਂਤ ਕੇ ਉਤਸਵ ਕੀਜੈ, ਇਹ ਸਾਰੇ ਨਗਰ ਦੇ ਲੋਕਾਂ ਨੇ ਬਹੁਤ ਪ੍ਰਕਾਰ ਦੇ ਉਤਸਵ ਕਰਨੇ ਹਨ। ਲਗ ਦੰਦਪ ਆਦਿਕ ਬਾਂਝ ਬਾਜੇ, ਜਿਤਨੇ ਵੀ ਘਰ ਹਨ ਉਹਨਾਂ ਘਰਾਂ ਦੇ ਵਿੱਚ ਛੋਟੇ ਨਗਾਰੇ ਵਾਜੇ ਆਦਿਕ ਵਜਾਣਾ ਕਰੋ। ਬੰਦਨ ਵਾਰ ਫੂਲ ਦਰਵਾਜੇ, ਤੇ ਨਗਰ ਦੇ ਘਰ ਦੇ ਹਰ ਇੱਕ ਦਰਵਾਜ਼ੇ ਉੱਪਰ ਬੰਦਨ ਵਾਰਾ ਬੰਨ੍ਹ ਦਿਓ। ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਦਰਖਤਾਂ ਦੇ ਪੱਤੇ ਗੁੰਦ ਕੇ ਤੇ ਉਹ ਬੰਨ੍ਹ ਲੈਂਦੇ ਸਨ, ਉਹਨੂੰ ਬੰਦਨਵਾਰ ਕਹਿੰਦੇ ਨੇ। ਇਸ ਤਰ੍ਹਾਂ ਜਿਹੜੀ ਬੰਦਨਵਾਰ ਆ ਉਹ ਸਾਰੇ ਘਰਾਂ ਦੇ ਮੂਹਰੇ ਬੰਨ੍ਹ ਲਵੋ। ਸਭੁਰ ਕੇ ਦਰ ਲੈ ਅਕੋਰਾ, ਇਸ ਤਰ੍ਹਾਂ ਇਹ ਖਬਰ ਸੁਣ ਕੇ ਨਗਰ ਦੇ ਜਿਤਨੇ ਵੀ ਲੋਕ ਸਨ ਉਹਨਾਂ ਘਟਾਵਾਂ ਲੈ ਲਈਆਂ। ਆਏ ਤ੍ਰਿਪ ਢਿਕ ਤਪ ਕਰ ਜੋਰਾ, ਸਾਰੇ ਹੱਥ ਜੋੜ ਕੇ ਰਾਜੇ ਮਾਇਆ ਮੇਦਨੀ ਦੇ ਪਾਸ ਆਏ ਹਨ। ਕਰਿਓ ਤਿਹਾਵਲ ਬ੍ਰਿੰਦ ਅਨਾਇਓ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰਾਜੇ ਨੇ ਮੰਗਵਾਈ ਹੈ। ਉਹ ਸੁਗੰਧ ਫੂਲਨ ਬਰਸਾਇਓ, ਬਹੁਤ ਸਾਰੀ ਸੁਗੰਧੀ ਤੇ ਫੁੱਲਾਂ ਦੀ ਵਰਖਾ ਕੀਤੀ ਹੈ। ਨਰਨ ਹਜ਼ਾਰਨ ਮਿਹਨਤ ਲੈ ਕੇ, ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਨਾਲ ਲੈ ਕਰਕੇ ਪਠਿਓ ਹੁਕਮਨਾਮਾ ਸੁਖ ਕਹਿ ਕੇ, ਰਾਜੇ ਸ਼ਿਵਨਾਭ ਦੇ ਪੋਤਰੇ ਮਾਇਆ ਮੇਦਨੀ ਨੇ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ ਭੇਜਿਆ ਹੋਇਆ ਪੜ੍ਹਿਆ। ਸਾਰੀਆਂ ਸੰਗਤਾਂ ਨੂੰ ਇਕੱਠਾ ਕਰ ਲਿਆ, ਨਗਰ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਉਸ ਤੋਂ ਬਾਅਦ ਫਿਰ ਹੁਕਮਨਾਮਾ ਪੜ੍ਹਿਆ ਗਿਆ ਹੈ। ਦੁਖਾਵਤ ਸੰਖ ਬਜਾਏ, ਧੂਫ ਦਿਖਾਉਂਦੇ ਨੇ ਤੇ ਸੰਖ ਵਜਾਉਂਦੇ ਹਨ। ਬਹੁਤ ਸੁਗੰਧ ਚੰਦਨ ਚਰਚਾਏ, ਬਹੁਤ ਸਾਰੀ ਸੁਗੰਧੀ ਤੇ ਚੰਦਨ ਆਦਿਕ ਕੇਸਰ ਆਦਿਕ ਦਾ ਛਿੜਕਾਓ ਕਰਦੇ ਹਨ। ਐੜੇ ਸਿੱਧ ਕੋ ਦੇਖਣ ਕੀਜੈ, ਸੰਕਰ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾ। ਸੰਖ ਵਜਾਉਂਦੇ ਹਨ, ਘੜਿਆਲ ਖੜਕਾਉਂਦੇ ਨੇ ਤੇ ਫੁੱਲਾਂ ਦੀ ਵਰਖਾ ਵਰਖਾਉਂਦੇ ਨੇ, ਧੂਫ ਆਦਿਕ ਦਿਖਾਉਂਦੇ ਨੇ। ਤੇ ਸਾਧ ਸੰਗਤ ਜੀ ਜਦੋਂ ਹੁਕਮਨਾਮਾ ਪੜ੍ਹਿਆ ਗਿਆ ਤੇ ਵਿੱਚ ਲਿਖਿਆ ਸੀ ਪੈੜੇ ਸਿੱਖ ਕੋ ਦੇਖਣ ਕੀਜੈ,
ਕਿ ਜਦੋਂ ਸਾਡਾ ਸਿੱਖ ਭਾਈ ਪੈੜਾ ਮੁਖਾ ਤੁਸੀਂ ਵੇਖੋਗੇ, ਪ੍ਰਾਣ ਸੰਗਲੀ ਇਸ ਕੋ ਦੀਜੈ। ਤੇ ਪ੍ਰਾਣ ਸੰਗਲੀ ਨਾਮਕ ਜਿਹੜਾ ਗ੍ਰੰਥ ਗੁਰੂ ਨਾਨਕ ਸਾਹਿਬ ਜੀ ਦਾ ਹੈ, ਇਹ ਗ੍ਰੰਥ ਤੁਸੀਂ ਭਾਈ ਪੈੜੇ ਨੂੰ ਦੇ ਦੇਣਾ ਹੈ। ਪੜ ਸੁਨ ਕੈ ਸਭ ਹੀ ਹਰਿ ਖਾਏ। ਇਸ ਤਰ੍ਹਾਂ ਇਹ ਹੁਕਮਨਾਮਾ ਪੜ੍ਹ ਕੇ ਤੇ ਸੁਣ ਕੇ ਨਗਰ ਦੇ ਸਾਰੇ ਲੋਕ ਬੜੇ ਖੁਸ਼ ਹੋਏ ਹਨ। ਭਾਂਤ ਭਾਂਤ ਕੀ ਭੇਟ ਚੜਾਏ। ਸਾਰਿਆਂ ਨੇ ਅਦਬ ਦੇ ਨਾਲ ਗੁਰੂ ਕੇ ਸਿੱਖ ਨੂੰ ਭਾਂਤ ਭਾਂਤ ਦੀਆਂ ਭੇਟਾਵਾਂ ਅਰਪਣ ਕੀਤੀਆਂ ਹਨ। ਇਹ ਲਗ ਕਹੇ ਉਛਾਹ ਸੋ ਕਰਿਓ। ਬ੍ਰਾਹਮਣ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜਾ ਲੋਕਾਂ ਨੇ ਉੱਥੇ ਉਤਸਵ ਕੀਤਾ, ਉਤਸ਼ਾਹ ਕੀਤਾ, ਮੈਂ ਕਿੱਥੋਂ ਭਾਈ ਤੁਹਾਨੂੰ ਸਰਵਣ ਕਰਾਵਾਂ। ਦਰਸ਼ਨ ਜਨ ਸਤਿਗੁਰ ਨੇ ਹਰਿਓ। ਉਹ ਹੁਕਮਨਾਮਾ ਵੇਖ ਕੇ ਕਹਿੰਦੇ ਸਿੱਖ ਇੰਨੇ ਖੁਸ਼ ਹੋ ਗਏ, ਮੰਨ ਲਓ ਜਿਵੇਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਹੀ ਕਰ ਲਏ ਹੋਵਣ। ਸਿੱਖੀ ਰੀਤ ਦੇਖ ਕਰ ਤਹਾਂ। ਸਾਧ ਸੰਗਤ ਜੀ ਉਸ ਨਗਰ ਦੀ ਸਿੱਖੀ ਦੀ ਰਹੁ ਰੀਤੀ ਵੇਖ ਕਰਕੇ ਅਚਰਜ ਸਹਿਤ ਸੋ ਪੈੜੇ ਰਹਾ। ਤੇ ਭਾਈ ਪੈੜਾ ਜੀ ਵੀ ਬੜਾ ਹੈਰਾਨ ਹੋ ਗਿਆ ਵੀ ਇਦਾਂ ਦੇ ਸਿੱਖ ਵੀ ਹੁੰਦੇ ਨੇ, ਇੰਨਾ ਉਤਸ਼ਾਹ। ਹੁਕਮਨਾਮਾ ਹੀ ਭੇਜਿਆ ਸੀ ਮਹਾਰਾਜ ਨੇ, ਤੇ ਹੁਕਮਨਾਮੇ ਨੂੰ ਵੀ ਉਹਨਾਂ ਨੇ ਇਸ ਤਰ੍ਹਾਂ ਸਮਝਿਆ ਜਿਵੇਂ ਗੁਰੂ ਦੇ ਦਰਸ਼ਨ ਹੀ ਹੋ ਗਏ। ਤੇ ਉਥੋਂ ਦੀ ਸਿੱਖੀ ਭਾਵ ਪ੍ਰੇਮ ਨੂੰ ਵੇਖ ਕੇ ਭਾਈ ਪੈੜਾ ਜੀ ਬੜੇ ਹੈਰਾਨ ਅਚਰਜ ਹੋ ਗਏ ਹਨ। ਗੁਰੂ ਨਾਨਕ ਨਿਰਧਾਰਿਓ। ਸਾਧ ਸੰਗਤ ਜੀ ਭਾਈ ਪੈੜਾ ਜੀ ਸੋਚਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਉੱਪਰ ਇਹਨਾਂ ਲੋਕਾਂ ਨੇ ਇੱਕ ਆਪਣਾ ਨਿਸ਼ਚਾ ਰੱਖਿਆ ਹੋਇਆ ਹੈ। ਆਪਣੀ ਮੰਡਲ ਸਗਲ ਉਦਾਰਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਰੀ ਧਰਤੀ ਮੰਡਲ ਦੇ ਉੱਪਰ ਵਸਦੇ ਜੀਵਨ ਦਾ ਉਧਾਰ ਕੀਤਾ ਹੈ। ਕੇਤਕ ਦਿਨ ਰਹਿ ਸਭ ਸੁਖ ਪਾਏ। ਕੁਝ ਦਿਨ ਸੰਗਲਾ ਦੀਪ ਰਹਿ ਕੇ ਸੁਖ ਦੀ ਪ੍ਰਾਪਤੀ ਕਰਕੇ ਜਬ ਲੀਪੈ ਹਤ ਬਾਕ ਅਲਾਏ। ਭਾਈ ਪੈੜਾ ਜੀ ਨੇ ਫਿਰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣ ਵਾਸਤੇ ਰਾਜੇ ਨੂੰ ਬਚਨ ਆਖੇ ਹਨ। ਮੋਲੀ ਵਤ ਨਿਰਭ ਕੈ ਦੀਨ। ਰਾਜੇ ਨੇ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਭਾਈ ਪੈੜੇ ਨੂੰ ਭੇਟਾ ਕੀਤੀਆਂ ਹਨ। ਪ੍ਰਾਣ ਸੰਗਲੀ ਸੋ ਬਲਕੀਨ। ਨਾਲ ਅਦਬ ਸਤਿਕਾਰ ਦੇ ਨਾਲ ਪ੍ਰਾਣ ਸੰਗਲੀ ਜਿਹੜਾ ਗ੍ਰੰਥ ਸੀ ਉਹ ਭੇਟ ਕੀਤਾ ਹੈ। ਆਪਣੀ ਬਿਨੈ ਲਿਖੀ ਅਰਦਾਸ। ਤੇ ਨਾਲ ਇੱਕ ਚਿੱਠੀ ਭੇਜੀ ਜਿਹਦੇ ਵਿੱਚ ਰਾਜੇ ਮਾਇਆ ਮੇਦਨੀ ਨੇ ਆਪਣੀ ਅਰਦਾਸ ਬੇਨਤੀ ਲਿਖੀ ਹੈ। ਮਸਤਕ ਤੁਮ ਚਰਨਨ ਪਾਸ। ਅਰਦਾਸ ਵਿੱਚ ਰਾਜਾ ਲਿਖਦਾ, ਸਤਿਗੁਰੂ ਤੁਹਾਡੇ ਚਰਨਾਂ ਦੇ ਉੱਪਰ ਮੇਰਾ ਮਸਤਕ ਹੈ, ਮੈਂ ਆਪ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦਾ, ਬੰਦਨ ਕਰਦਾ ਹਾਂ। ਮੰਜੀ ਪਰ ਬੈਠੇ ਨਿਰਭ ਜੋਈ। ਸਤਿਗੁਰੂ ਜਿਹੜੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੰਜੀ ਉੱਪਰ ਵਿਰਾਜਮਾਨ ਹਨ, ਤੂੰ ਜਾਣ ਪੂਜਾ ਸਭ ਕੋਈ। ਆਪ ਜੀ ਨੂੰ ਹੀ ਗੁਰੂ ਜਾਣ ਕੇ ਸਾਰੇ ਪੂਜਦੇ ਹਨ। ਲੈ ਪੋਥੀ ਹੋਏ ਵਿਦਾ ਬਸਾਰਾ। ਇਸ ਤਰ੍ਹਾਂ ਪੋਥੀ ਲੈ ਕੇ ਭਾਈ ਪੈੜਾ ਮੁਖਾ ਸੰਗਲਾ ਦੀਪ ਤੋਂ ਵਿਦਾ ਹੋ ਗਿਆ ਹੈ। ਸਤਿਗੁਰ ਮਹਿਮਾ ਮਹਾ ਵਿਚਾਰਾ। ਰਸਤੇ ਵਿੱਚ ਚੱਲਦਿਆਂ ਭਾਈ ਪੈੜਾ ਜੀ ਆਪਣੇ ਮਨ ਦੇ ਅੰਦਰ ਸਤਿਗੁਰਾਂ ਦੀ ਮਹਾਨ ਮਹਿਮਾ ਦੀ ਵਿਚਾਰ ਕਰਦੇ ਨੇ। ਤੇ ਰਸਤੇ ਦੇ ਵਿੱਚ ਇੱਕ ਕੌਤਕ ਵਰਤਿਆ, ਇੱਕ ਸਾਧੂ ਸੀ ਜਿਹਦੀ ਦਿਵ ਦ੍ਰਿਸ਼ਟੀ, ਉਹਨੇ ਵੇਖਿਆ ਵੀ ਉਹ ਜਿਹੜੀ ਪ੍ਰਾਣ ਸੰਗਲੀ ਪੋਥੀ ਸੀ ਨਾ, ਭਾਈ ਪੈੜੇ ਦੇ ਸਿਰ ਤੋਂ ਕੁਝ ਗਿੱਠ ਉੱਚੀ ਸੀ, ਰੱਖੀ ਭਾਈ ਪੈੜੇ ਦੇ ਸੀਸ ਦੇ ਉੱਪਰ ਹੀ ਸੀ। ਬਾਕੀਆਂ ਨੂੰ ਤਾਂ ਇੰਨਾ ਹੀ ਲੱਗੇ ਵੀ ਜਿਵੇਂ ਉਹ ਗ੍ਰੰਥ ਸਿਰ ਤੇ ਰੱਖਿਆ ਹੋਇਆ। ਪਰ ਇੱਕ ਸਾਧੂ ਨੂੰ ਕਿਤੇ ਦਰਸ਼ਨ ਹੋ ਗਏ, ਕੋਈ ਸਾਧਨਾ ਕਰਨ ਵਾਲਾ ਸੀ, ਉਹਨੇ ਵੇਖਿਆ ਵੀ ਇਹ ਗ੍ਰੰਥ ਬੜਾ ਆਸ਼ਚਰਜ ਹੈ ਵੀ ਜਿਹੜਾ ਸਿਰ ਦੇ ਉੱਤੇ ਉੱਠਿਆ ਹੋਇਆ ਕਈ ਗਿੱਠ, ਉਹਨੂੰ ਸਮਝਣਾ ਪਏ ਵੀ ਇਹ ਗੱਲ ਕੀ ਹੈ। ਸੋ ਇਹ ਕਥਾ ਆਪਾਂ ਕੱਲ ਦੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਪ੍ਰਾਣ ਸੰਗਲੀ ਗ੍ਰੰਥ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਨੀ ਆਰੰਭ ਕੀਤੀ, ਕਿਉਂਕਿ ਸਤਿਗੁਰੂ ਨਹੀਂ ਸਨ ਚਾਹੁੰਦੇ ਵੀ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਕਿਸੇ ਪ੍ਰਕਾਰ ਦਾ ਰਲਾ ਹੋਵੇ। ਇਹ ਪ੍ਰਕਰਨ ਆਪਾਂ ਸਾਰਾ ਕੱਲ ਦੇ ਦੀਵਾਨਾਂ ਵਿੱਚ ਆਰੰਭ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ ਲੈਣੀ ਜੀ। ਆਓ ਹੁਣ ਪਾਵਨ ਪਵਿੱਤਰ ਨਿਤਨੇਮ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਏ ਗੋਬਿੰਦ ਏ ਗੋਪਾਲ ਏ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਏ ਸਮਰੱਥ ਗਮ ਪੂਰਨ ਮੋਹਿ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤੋ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ
सेवंदे गुर पार उतारण हार। जो शरदा कर सेवंदे गुर